ਟੌਪਿਕ ਸ਼ੁਰੂ ਕਰਾਉਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਪਹਿਲਾਂ ਟੌਪਿਕ ਜਿਹੜਾ ਹੈਗਾ ਉਹ ਕਾਪੀ 'ਚ ਉਤਾਰ ਲੈਣਾ, ਕਿਉਂਕਿ ਤੁਹਾਨੂੰ ਇਹ ਵੀਡੀਓ ਲੈਕਚਰ ਦੇ ਨਾਲ PDF ਵੀ ਭੇਜੀ ਜਾ ਰਹੀ ਹੈ। ਕਾਪੀ 'ਤੇ ਉਤਾਰ ਕੇ ਵੀਡੀਓ ਲੈਕਚਰ ਨਾਲ ਨਾਲ ਦੇਖ ਕੇ ਫਿਰ ਸਮਝਣਾ ਹੈ। ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਨੇ ਗ੍ਰੀਨ ਥਿਊਰਮ ਸ਼ੁਰੂ ਕਰਨੀ ਹੈ ਪਲੇਨ ਦੇ ਵਿੱਚ। ਜਿਹੜੀ ਗ੍ਰੀਨ ਥਿਊਰਮ ਹੈਗੀ ਆ ਇਹ 2 ਡਾਇਮੈਂਸ਼ਨ ਵਾਸਤੇ ਹੋਊਗੀ। ਚਲੋ ਪਹਿਲਾਂ ਆਪਾਂ ਇਹ ਸਟੇਟਮੈਂਟ ਪੜ੍ਹ ਲੈਂਦੇ ਹੈਗੇ ਆ। ਸਟੇਟਮੈਂਟ ਹੈ ਕਿ ਆਰ ਕੋਈ ਕਲੋਜ਼ਡ ਬਾਊਂਡਡ ਰੀਜਨ ਹੈਗਾ ਇਨ XY ਪਲੇਨ ਦੇ ਵਿੱਚ, ਜਿਹਦੀ ਬਾਊਂਡਰੀ C ਹੈ। ਲੈਟ ਕਰ ਲਿਆ ਕਿ M ਅਤੇ N ਦੋ ਕੰਟੀਨਿਊਸ ਫੰਕਸ਼ਨ ਨੇ of XY having continuous partial derivative, ਕਰਲੀ M by ਕਰਲੀ Y ਕਰਲੀ N by ਕਰਲੀ X ਜੋ ਗਿਵਨ ਆ ਸਾਰਾ। ਅਤੇ ਆਪਾਂ ਸ਼ੋਅ ਕਰਨਾ ਕਿ ਜੋ ਡਬਲ ਇੰਟੈਗਰਲ ਹੋਊਗਾ ਕਰਲੀ N by ਕਰਲੀ X ਮਾਈਨਸ ਕਰਲੀ M by ਕਰਲੀ Y dx dy, ਉਹ ਲਾਈਨ ਇੰਟੈਗਰਲ ਦੇ ਬਰਾਬਰ ਹੋਊਗਾ M dx plus N dy। ਮਤਲਬ ਇਸ ਥਿਊਰਮ ਦੇ ਵਿੱਚ ਇੱਕ ਹੋਰ ਅੱਗੇ ਨਾਲ the line integral being taken along the entire boundary C of R such that R is on the left as one advances in the direction of integration। ਇਹ ਸਾਰੇ ਦਾ ਮੀਨਿੰਗ ਕੀ ਹੈਗੀ ਉਹ ਕੀ ਹੈ ਆਪਾਂ ਉਹ ਦੇਖਦੇ ਹੈਗੇ ਹਾਂ। ਸਭ ਤੋਂ ਪਹਿਲਾਂ ਚਲੋ ਆਹ ਚੀਜ਼ ਪੜ੍ਹਦੇ ਹਾਂ ਆਪਾਂ। ਇਹ ਲਾਈਨ ਲਿਖੀ ਕੀ ਹੋਈ ਹੈ ਇਹਨਾਂ ਨੇ ਇਹਦੇ ਵਿੱਚ। ਆਰ ਰੀਜਨ ਕਿੱਦਾਂ ਹੈਗਾ? the line integral taken along the entire boundary C of R, ਜਿਹੜੀ R ਦੀ ਬਾਊਂਡਰੀ ਸਾਰੀ R ਇਹਦੀ ਬਾਊਂਡਰੀ ਜਿਹੜੀ C ਆ, ਜਾਂ ਇੱਥੋਂ ਵੀ ਦੇਖ ਸਕਦੇ ਹਾਂ ਆਪਾਂ R ਉਹ ਰੀਜਨ ਹੈਗਾ ਜਿਹੜਾ C ਨੇ ਬਾਊਂਡ ਕੀਤਾ ਹੋਇਆ ਹੈਗਾ। ਜੋ C ਕਰਵ ਹੈਗੀ ਆ ਜੋ ਇਹਨੇ ਬਾਊਂਡ ਕੀਤਾ ਹੋਇਆ ਵਿੱਚ ਆ ਰੀਜਨ ਇਹ R ਆ। ਹੁਣ ਇਹ ਫਿਰ ਲਾਸਟ ਲਾਈਨ ਦਾ ਮੀਨਿੰਗ ਇਹ ਬਣਦਾ ਹੈਗਾ ਕਿ R is on the left as one advances in direction of integration। ਮਤਲਬ ਜੇ ਮੰਨ ਲਓ ਆਪਾਂ ਇੱਦਾਂ ਇੰਟੀਗ੍ਰੇਸ਼ਨ ਇੱਦਾਂ ਜਾ ਰਹੇ ਹਾਂ, ਜੇ ਆਪਾਂ ਇੱਦਾਂ ਜਾ ਰਹੇ ਹਾਂ ਇੱਥੇ ਕੋਈ ਮਤਲਬ ਕਿ ਬੰਦਾ ਖੜਾ ਹੈਗਾ, ਉਹਦਾ ਲੈਫਟ ਇੱਧਰਲੇ ਪਾਸੇ ਹੋਊਗਾ, ਇੱਧਰਲੇ ਪਾਸੇ ਰਾਈਟ ਹੋਊਗਾ। ਜਿਵੇਂ ਆਪਾਂ ਕਰ ਲਈਏ ਆਪਾਂ ਇੱਦਾਂ ਜਾ ਰਹੇ ਹਾਂ, ਇੱਦਾਂ ਜਾ ਰਿਹਾ ਕੋਈ ਬੰਦਾ ਅੱਗੇ ਨੂੰ ਜਾ ਰਿਹਾ ਹੈਗਾ, ਤਾਂ ਇਹ ਵਾਲੀ ਚੀਜ਼ ਲੈਫਟ ਹੋਊਗੀ, ਇਹ ਵਾਲੀ ਚੀਜ਼ ਰਾਈਟ ਹੋਊਗੀ। ਤਾਂ ਰੀਜਨ ਲੈਣਾ ਕਿਵੇਂ ਆ? ਰੀਜਨ ਆਪਾਂ ਲੈਣਾ ਹੈਗਾ ਜਿਵੇਂ ਬਾਊਂਡਰੀ ਘੁੰਮ ਰਹੀ ਹੈਗੀ ਆ ਤਾਂ ਲੈਫਟ ਵਾਲਾ ਪਾਰਟ ਲੈਣਾ ਆਪਾਂ ਨੇ। ਜੇ ਆਪਾਂ ਘੁੰਮਾਏ ਲੈਫਟ ਵਾਲੇ ਪਾਰਟ 'ਤੇ ਆਹ ਰੀਜਨ ਆ ਜਾਏਗਾ ਸਾਰਾ, ਇਹ ਰੀਜਨ ਲੈਫਟ ਵਾਲਾ ਹੋਊਗਾ। ਮਤਲਬ ਕਹਿਣ ਦੀ ਗੱਲ ਦੇ ਵਿੱਚ ਇਹ ਆ ਕਿ ਜਦੋਂ ਆਪਾਂ ਡਾਇਰੈਕਸ਼ਨ ਲੈਣੀ ਹੈਗੀ ਆ ਇਹ ਕਰਵ ਦੀ ਡਾਇਰੈਕਸ਼ਨ ਆਪਾਂ ਇੱਦਾਂ ਹੀ ਲੈਣੀ ਹੈ। ਜੇ ਬਣਾ ਰਹੇ ਹੈਗਾ ਐਂਟੀ ਕਲੋਕਵਾਈਜ਼, ਜਦੋਂ ਆਪਾਂ ਐਂਟੀ ਕਲੋਕਵਾਈਜ਼ ਲਵਾਂਗੇ ਇੱਦਾਂ ਘੁੰਮ ਰਹੇ ਹੈਗੇ ਆ ਤਾਂ ਰੀਜਨ ਹਮੇਸ਼ਾ ਲੈਫਟ ਵਾਲੇ ਪਾਸੇ ਹੋਊਗਾ। ਇੱਥੇ ਖੜ੍ਹ ਜਾਓ ਤਾਂ ਵੀ ਲੈਫਟ ਵਾਲੇ ਪਾਸੇ ਆ, ਇੱਥੇ ਖੜ੍ਹ ਜਾਓ ਤਾਂ ਵੀ ਲੈਫਟ ਵਾਲੇ ਪਾਸੇ ਆ। ਹੋਰ ਗੱਲ ਦੇਖੀਏ ਜੇ ਆਪਾਂ ਇੱਦਾਂ ਕਲੋਕਵਾਈਜ਼ ਜਾਈਏ, ਇੱਦਾਂ ਕਲੋਕਵਾਈਜ਼ ਇੱਦਾਂ ਜਾ ਰਹੇ ਹੈਗੇ ਤਾਂ ਰੀਜਨ ਬਾਹਰਲਾ ਹੋ ਗਿਆ, ਲੈਫਟ ਦੇ ਪਾਸੇ ਇਹ ਆ ਰਿਹਾ। ਜੇ ਕਲੋਕਵਾਈਜ਼ ਜਾਵਾਂਗੇ ਤਾਂ ਰੀਜਨ ਆ ਹੋਊਗਾ ਬਾਹਰਲਾ। ਮੈਂ ਅੰਡਰਸਟੂਡ ਆ ਕਿ ਜੇ ਆਪਣੇ ਕੋਲ ਰੀਜਨ ਜਿਹੜਾ ਹੈਗਾ ਕਲੋਕਵਾਈਜ਼ ਜਾਵਾਂਗੇ ਤਾਂ ਰੀਜਨ ਬਾਹਰਲਾ ਹੋਊਗਾ। ਇਹਦੀ ਲੋੜ ਨਹੀਂ ਪੈਣੀ ਕਦੇ ਵੀ ਆਪਾਂ ਨੂੰ, ਇਹ ਲੋੜ ਨਹੀਂ ਪੈਣੀ ਹੈਗੀ। ਜੇ ਆਪਾਂ ਇਹਦੇ ਵਿੱਚ ਐਂਟੀ ਕਲੋਕਵਾਈਜ਼ ਜਾਵਾਂਗੇ ਫਿਰ ਰੀਜਨ ਜਿਹੜਾ ਹੋਊਗਾ ਅੰਦਰਲਾ ਹੋਊਗਾ। ਬਾਊਂਡਡ ਰੀਜਨ ਲੈਣਾ ਹੈਗਾ, ਇਸ ਕਰਕੇ ਆਪਾਂ ਹਮੇਸ਼ਾ ਅੰਡਰਸਟੂਡ ਆ ਕਿ ਜੋ C ਦੀ ਡਾਇਰੈਕਸ਼ਨ ਲੈਣੀ ਹੈਗੀ ਆ ਉਹ ਹਮੇਸ਼ਾ ਐਂਟੀ ਕਲੋਕਵਾਈਜ਼ ਹੋਊਗੀ। ਹੁਣ ਇਹਦੇ ਵਿੱਚ ਜੇ ਗੌਸ ਡਾਇਵਰਜੈਂਸ ਥਿਊਰਮ ਧਿਆਨ ਦੇ ਵਿੱਚ ਹੋਵੇ ਤਾਂ ਉਹਦੇ ਵਿੱਚ ਕੀ ਸੀ ਆਪਣੇ ਕੋਲ, ਉਹ 3 ਡਾਇਮੈਂਸ਼ਨ ਵਾਸਤੇ ਸੀਗੀ, 3D ਵਾਸਤੇ ਸੀਗੀ। ਅਤੇ ਉਹਦੇ ਵਿੱਚ ਕੀ ਸੀ ਆਪਣੇ ਕੋਲ ਸਰਫੇਸ ਇੰਟੈਗਰਲ ਦਾ ਵੋਲੀਅਮ ਇੰਟੈਗਰਲ ਦੇ ਨਾਲ ਰਿਲੇਸ਼ਨ ਸੀਗਾ। ਹੁਣ ਗ੍ਰੀਨ ਥਿਊਰਮ ਜਿਹੜੀ ਹੈਗੀ ਆ ਉਹ 2 ਡਾਇਮੈਂਸ਼ਨ ਵਾਸਤੇ ਹੋਊਗੀ, ਵੋਲੀਅਮ ਦੀ ਗੱਲ ਤਾਂ ਨਹੀਂ ਹੋਣੀ ਇਹਦੇ ਵਿੱਚ। ਉਹਦੇ ਵਿੱਚ ਕੀ ਹੋਊਗਾ ਡਬਲ ਇੰਟੈਗਰਲ ਦਾ ਰਿਲੇਸ਼ਨ ਓਵਰ ਰੀਜਨ R ਇਸ ਲਾਈਨ ਇੰਟੈਗਰਲ ਦੇ ਬਰਾਬਰ ਹੋਊਗਾ। ਇਹ ਦੋਨਾਂ ਨੂੰ ਰਿਲੇਟ ਕਰਦੀ ਹੈਗੀ ਆ ਇਹ ਗ੍ਰੀਨ ਥਿਊਰਮ। ਇਹ ਉਵੇਂ ਇਹਨੂੰ ਪਹਿਲਾਂ ਪ੍ਰੂਫ ਕਰਨ ਵਾਸਤੇ ਆਪਾਂ ਇੱਕ ਨੂਮੈਰੀਕਲ ਕਰ ਲੈਂਦੇ ਹੈਗੇ, ਉਹਦੇ 'ਚ ਆਪਾਂ ਨੂੰ ਲੱਗ ਜਾਊ ਪਤਾ ਕਿ ਆਹ ਕਿਵੇਂ ਕੱਢਦੇ ਸੀ ਪਹਿਲਾਂ, ਆਪਾਂ ਇਹ ਕਿਵੇਂ ਕੱਢਦੇ ਸੀ। ਵੈਸੇ ਇਹ ਸਾਰਾ ਕੰਮ ਪਹਿਲਾਂ ਕੀਤਾ ਹੈ ਪਰ ਇੱਕ ਨੂਮੈਰੀਕਲ ਨਾਲ ਕਨਫਰਮ ਜਿਹਾ ਹੋ ਜਾਊਗਾ ਦੁਬਾਰਾ ਕਿ ਕਿਵੇਂ ਕੱਢਿਆ ਸੀ, ਬਿਕੋਜ਼ ਥਿਊਰਮ ਦੇ ਵਿੱਚ ਲੋੜ ਪੈਣੀ ਹੈ ਆਪਾਂ ਨੂੰ। ਚਲੋ ਪਹਿਲਾਂ ਨੂਮੈਰੀਕਲ ਕਰ ਲੈਂਦੇ ਹਾਂ ਇਹਦਾ ਨੂਮੈਰੀਕਲ ਹੈਗਾ 6B ਐਕਸਰਸਾਈਜ਼ ਦਾ ਕੁਐਸਚਨ ਪਹਿਲਾ।
ਗੌਸ ਡਾਇਵਰਜੈਂਸ ਥਿਊਰਮ ਦੇ ਵਿੱਚ ਧਿਆਨ 'ਚ ਹੋਵੇ ਕਿ ਦੋ ਤਰ੍ਹਾਂ ਦੇ ਕੁਐਸਚਨ ਕੀਤੇ ਸੀਗੇ। ਇੱਕ ਸੀਗਾ ਵੈਰੀਫਾਈ ਗੌਸ ਡਾਇਵਰਜੈਂਸ ਥਿਊਰਮ, ਵੀ ਦੋਨੇ ਇੰਟੈਗਰਲ ਬਰਾਬਰ ਚੈੱਕ ਕਰਨੇ ਨੇ। ਉਵੇਂ ਇਹਦੇ ਵਿੱਚ ਵੀ ਆਊਗਾ ਵੈਰੀਫਾਈ ਗ੍ਰੀਨਸ ਥਿਊਰਮ, ਇਹ ਕੁਐਸਚਨ ਇੱਦਾਂ ਦਾ ਹੋਊਗਾ। ਇਹ ਕੁਐਸਚਨ ਉਹਦੇ ਵਿੱਚ ਵੀ ਸੀਗਾ ਕਿ ਉਹਦੇ ਸੀਗਾ ਅਪਲਾਈ ਗੌਸ ਡਾਇਵਰਜੈਂਸ ਥਿਊਰਮ, ਮਤਲਬ ਉਹਦੇ ਸਰਫੇਸ ਇੰਟੈਗਰਲ ਗਿਵਨ ਹੁੰਦਾ ਸੀਗਾ, ਉਹਨੂੰ ਆਪਾਂ ਗੌਸ ਡਾਇਵਰਜੈਂਸ ਲਾ ਕੇ ਵੋਲੀਅਮ 'ਚ ਕਨਵਰਟ ਕਰ ਲੈਂਦੇ ਸੀਗੇ ਅਤੇ ਵੋਲੀਅਮ ਨੂੰ ਆਪਾਂ ਸੋਲਵ ਕਰ ਲੈਂਦੇ ਸੀਗੇ। ਉਵੇਂ ਇਹਦੇ ਵਿੱਚ ਹੈਗਾ। ਇੱਕ ਤਾਂ ਅਪਲਾਈ ਵਾਲੇ ਕੁਐਸਚਨ ਹੋਣਗੇ, ਗ੍ਰੀਨਸ ਥਿਊਰਮ ਅਪਲਾਈ ਕਰਨੇ, ਮਤਲਬ ਲਾਈਨ ਇੰਟੈਗਰਲ ਨੂੰ ਆਪਾਂ ਡਬਲ 'ਚ ਕਨਵਰਟ ਕਰ ਲਵਾਂਗੇ। ਇੱਕ ਕੁਐਸਚਨ ਆਉਣਗੇ ਇਹਦੇ ਵਿੱਚ ਕਿ ਵੈਰੀਫਾਈ ਕਰੋ। ਵੈਰੀਫਾਈ ਵਾਲੇ ਜ਼ਿਆਦਾ ਇੰਪੋਰਟੈਂਟ ਨੇ। ਹੈ ਸਿੰਪਲ ਹੀ ਹੈ, ਜੇ ਆਪਾਂ ਡਬਲ ਇੰਟੈਗਰਲ ਕਰਨਾ ਆਉਂਦਾ ਹੈਗਾ, ਲਾਈਨ ਇੰਟੈਗਰਲ ਕਰਨਾ ਆਉਂਦਾ ਹੈਗਾ, ਫਿਰ ਕੁਐਸਚਨ ਸਾਰੇ ਸਿੰਪਲ ਨੇ। ਜਿਹੜੀ ਅਗਲੀ ਥਿਊਰਮ ਕਰਨੀ ਆ ਉਹ ਵੀ ਇੱਦਾਂ ਸਿੰਪਲ ਹੀ ਹੈ। ਸੋ ਪਹਿਲਾਂ ਵੈਰੀਫਾਈ ਗ੍ਰੀਨਸ ਥਿਊਰਮ ਕਰਦੇ ਹੈਗੇ ਆ ਆਪਾਂ। ਇਹ ਆਪਾਂ ਨੂੰ ਸਟੇਟਮੈਂਟ ਗਿਵਨ ਹੈਗੀ ਆ। ਸਟੇਟਮੈਂਟ ਦੇ ਵਿੱਚ ਜੋ ਡੀ ਐਕਸ ਦੇ ਨਾਲ ਹੋਊਗਾ ਇਹਨੂੰ ਆਪਾਂ ਐਮ ਸਪੋਜ਼ ਕਰਨਾ ਹੈਗਾ, ਜੋ ਡੀ ਵਾਈ ਦੇ ਨਾਲ ਹੋਊਗਾ ਇਹਨੂੰ ਆਪਾਂ ਐਨ ਸਪੋਜ਼ ਕਰਨਾ। ਸੀ ਆਪਾਂ ਨੂੰ ਕੋਈ ਬਾਊਂਡਰੀ ਗਿਵਨ ਹੋਊਗੀ, ਇਹ ਬਾਊਂਡਰੀ 'ਤੇ ਟਰਾਇੰਗਲ ਹੈ। ਇਹ ਕੁਐਸਚਨ ਧਿਆਨ 'ਚ ਹੁਣ ਪਹਿਲਾਂ ਵੀ ਨੇ ਸਾਰੇ। ਸੋ ਪਹਿਲਾਂ ਆਪਾਂ ਕੀ ਕਰਨਾ, ਸਟੇਟਮੈਂਟ ਬਣਾ ਲੈਂਦੇ ਹਾਂ ਕਿ ਸਟੇਟਮੈਂਟ ਗ੍ਰੀਨਸ ਥਿਊਰਮ ਕੀ ਹੁੰਦੀ ਹੈ। ਗ੍ਰੀਨਸ ਥਿਊਰਮ ਹੁੰਦੀ ਹੈਗੀ ਆਪਣੇ ਕੋਲ ਇਹ ਦੋਨੇ ਇਕੁਅਲ ਨੇ। ਗ੍ਰੀਨਸ ਥਿਊਰਮ ਇਹ ਦੋਨੇ ਮਤਲਬ ਪਹਿਲਾਂ ਆਹ ਕੱਢ ਲੈਣੇ, ਫਿਰ ਆਹ ਕੱਢ ਲੈਣੇ, ਡੈਰੀਵੇਟਿਵ ਲੋੜ ਪੈਣੀ, ਪਹਿਲਾਂ ਡੈਰੀਵੇਟਿਵ ਕੱਢ ਲਵਾਂਗੇ ਆਪਾਂ। ਇਹਦੇ ਵਿੱਚ ਵੀ ਪਹਿਲਾਂ ਆਪਾਂ ਨੇ ਐਮ ਕੱਢ ਲਿਆ, ਐਮ ਦਾ ਡੈਰੀਵੇਟਿਵ ਵਾਈ ਨਾਲ ਕਰਨਾ, ਧਿਆਨ ਰੱਖਣਾ ਉਲਟਾ ਹੁੰਦਾ ਹੈਗਾ, ਐਕਸ ਵਾਲੇ ਦਾ ਵਾਈ ਨਾਲ ਕਰਨਾ, ਵਾਈ ਵਾਲੇ ਦਾ ਐਕਸ ਨਾਲ ਕਰਨਾ। ਅਤੇ ਇਹਦੇ ਵਿੱਚ ਆਪਣੇ ਕੋਲ ਕਰਲੀ ਐਮ ਬਾਈ ਕਰਲੀ ਵਾਈ ਕਰ ਲਿਆ, ਕਰਲੀ ਐਨ ਬਾਈ ਕਰਲੀ ਐਕਸ ਕਰ ਲਿਆ, ਐਕਸ ਆਈਟਮ ਅੱਗੇ ਰੱਖਣੀ ਹੈ, ਧਿਆਨ ਰੱਖਣੀ ਹੈ। ਕਰਲੀ ਐਮ ਬਾਈ ਕਰਲੀ ਐਕਸ ਮਾਈਨਸ ਕਰਲੀ ਐਮ ਬਾਈ ਕਰਲੀ ਵਾਈ ਇਹ ਕੱਢ ਲਿਆ। ਤਾਂ ਆਪਾਂ ਨੇ ਆਹ ਚੀਜ਼ ਵੈਰੀਫਾਈ ਕਰਨੀ ਹੈਗੀ ਆ ਕਿ ਐਮ ਡੀ ਐਕਸ ਐਨ ਡੀ ਵਾਈ ਇਹਦੀ ਵੈਲਿਊ ਕੱਢੀ ਹੋਈ ਹੈ। ਕਰਲੀ ਐਨ ਬਾਈ ਕਰਲੀ ਐਕਸ ਮਾਈਨਸ ਕਰਲੀ ਐਮ ਬਾਈ ਕਰਲੀ ਵਾਈ ਡੀ ਐਕਸ ਡੀ ਵਾਈ ਇਹ ਬਣ ਜਾਏਗਾ। ਅਤੇ ਆਰ ਜਿਹੜਾ ਹੋਊਗਾ ਲਿਖਣਾ ਕਿ ਆਰ ਉਹ ਰੀਜਨ ਹੈਗਾ ਜੋ ਇਨਕਲੋਜ਼ਡ ਬਾਈ ਸੀ ਹੈ, ਜੋ ਸੀ ਕਰਵ ਨੇ ਇਨਕਲੋਜ਼ ਕੀਤਾ ਹੈ। ਹੁਣ ਵੈਰੀਫਾਈ ਮਤਲਬ ਕਿ ਆਪਾਂ ਇਹ ਚੈੱਕ ਕਰਨਾ ਇਹਨਾਂ ਕੁਐਸਚਨਾਂ ਦੇ ਵਿੱਚ ਕਿ ਆਹ ਦੋਨੇ ਪਾਰਟ ਜਿਹੜੇ ਹੈਗੇ ਨੇ ਇਕੁਅਲ ਨੇ। ਇਹ ਕੰਸੈਪਟ ਕਰਨਾ ਸਭ ਪਹਿਲੇ ਵਿੱਚ, ਇਹ ਅਲੱਗ ਸੋਲਵ ਕਰਾਂਗੇ, ਸਿੰਪਲ ਹੀ ਇਹ ਕੰਮ, ਇਹ ਅਲੱਗ ਸੋਲਵ ਕਰਾਂਗੇ ਪਹਿਲਾਂ ਵਾਂਗੂ। ਅਤੇ ਮੈਂ ਇੱਕ ਸੋਲਵ ਕਰਕੇ ਦਿਖਾ ਰਿਹਾ ਕਿ ਥਿਊਰਮ ਪ੍ਰੂਫ ਕਰਨੀ ਹੈਗੀ, ਉਹ 'ਚ ਫਿਰ ਲੋੜ ਪੈਣੀ ਹੈ। ਜੇ ਆਉਂਦਾ ਤਾਂ ਬਹੁਤ ਚੰਗੀ ਗੱਲ ਹੈ। ਇਹਦੇ ਵਿੱਚ ਆਪਣੇ ਕੋਲ ਪਹਿਲਾਂ ਇਹ ਲਾਈਨ ਇੰਟੈਗਰਲ ਸੋਲਵ ਕਰਦੇ ਹਾਂ ਤਾਂ ਆਪਾਂ ਨੂੰ ਦਿੱਤੀ ਹੋਈ ਹੈ ਕਿ ਕਰਵ ਜਿਹੜੀ ਹੈਗੀ ਆ ਇਹ ਐਕਸ ਐਕਸਿਸ ਹੁੰਦੀ ਹੈ, ਵਾਈ ਐਕਸਿਸ ਹੁੰਦੀ ਹੈ, ਇਹ ਐਕਸ ਐਕਸਿਸ ਹੋ ਗਈ, ਇਹ ਆਪਣੇ ਕੋਲ ਲਾਈਨ ਹੋ ਗਈ, ਤਿੰਨੇ ਡਰਾ ਕਰ ਲਈਆਂ ਆਪਾਂ, ਇਹ ਆਪਣੇ ਕੋਲ ਆ ਗਿਆ। ਇਸ ਤੋਂ ਬਾਅਦ ਆਪਾਂ ਨੇ ਇਹਨੂੰ ਇਹ ਆਪਣੇ ਕੋਲ ਕਰਵ ਹੋ ਗਈ ਸੀ। ਹੁਣ ਇਹ ਕਰਵ ਦੇ ਤਿੰਨ ਪਾਰਟ ਬਣ ਗਏ, ਆਹ ਕਰਵ, ਇੱਕ ਆਹ ਕਰਵ, ਇੱਕ ਆਹ ਕਰਵ। ਇਹਨੂੰ C1 ਦੇ ਲੌਂਗ ਪਲੱਸ C2 ਲੌਂਗ ਪਲੱਸ C3 ਲੌਂਗ, ਤਿੰਨਾਂ ਜੋੜ ਕਰਕੇ ਆਪਣਾ ਅਲੌਂਗ C ਆ ਜਾਏਗਾ ਸਾਰਾ। ਹੁਣ ਜਿਹੜੀ ਗੱਲ ਉੱਥੇ ਸਮਝਾਉਣੀ ਸੀਗੀ ਉਹ ਇਹ ਗੱਲ ਸਮਝਾਉਣੀ ਸੀ, ਪਿੱਛੇ ਗੱਲ ਕਹੀ ਸੀ ਥਿਊਰਮ ਦੇ ਵਿੱਚ ਕਿ ਹਮੇਸ਼ਾ ਜਿਹੜਾ ਉਰੇ ਗੱਲ ਸਮਝਾਈ ਸੀ, ਸੀ ਹਮੇਸ਼ਾ ਐਂਟੀ ਕਲੌਕਵਾਈਜ਼ ਹੋਊਗਾ। ਇੱਦਾਂ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਤਾਂ ਹੀ ਰੀਜਨ ਵਿੱਚ ਬਾਊਂਡ ਹੋਊਗਾ। ਤਾਂ ਇਹਦੇ ਵਿੱਚ ਵੀ ਆਪਾਂ ਨੇ ਜਿਹੜਾ ਸੀ ਹੈਗਾ ਦਿੱਤਾ ਹੋਵੇ ਚਾਹੇ ਨਾ ਦਿੱਤਾ ਹੋਵੇ, ਆਪਾਂ ਹਮੇਸ਼ਾ ਦਿੱਤਾ ਨਹੀਂ ਹੋਇਆ ਸੀ ਕਿਵੇਂ, ਆਪਾਂ ਹਮੇਸ਼ਾ ਇਸ ਡਾਇਰੈਕਸ਼ਨ ਲੈਣਾ ਸੀ। ਮਤਲਬ C1 ਹੋ ਗਿਆ, C2 ਹੋ ਗਿਆ, C3 ਹੋ ਗਿਆ, ਐਂਟੀ ਕਲੌਕਵਾਈਜ਼ ਲੈਣੇ ਹੈਗੇ ਨੇ। ਇਸ ਤੋਂ ਬਾਅਦ ਉਵੇਂ ਇਕੱਲਾ ਸੋਲਵ ਕਰਾਂਗੇ। ਇਹ ਸੋਲਵਸ਼ਨ ਧਿਆਨ ਦੇ ਵਿੱਚ ਹੋਵੇ, ਆਪਾਂ ਇੱਕ ਵੇਰੀਏਬਲ 'ਚ ਕਨਵਰਟ ਕਰਨਾ, ਇੱਕ ਵੇਰੀਏਬਲ 'ਚ ਕਨਵਰਟ ਕਰਨਾ, ਇੱਕ ਵੇਰੀਏਬਲ 'ਚ ਕਨਵਰਟ ਕਰਨਾ। ਇੱਕ ਵੇਰੀਏਬਲ 'ਚ ਕਨਵਰਟ ਕਰਨ ਦੇ ਤਿੰਨ ਤਰੀਕੇ ਕੀਤੇ ਸੀਗੇ, ਚਾਹੇ ਸਾਰਾ ਐਕਸ ਵਿੱਚ ਕਨਵਰਟ ਕਰ ਲਓ, ਸਾਰਾ ਵਾਈ 'ਚ ਕਰ ਲਓ, ਚਾਹੇ ਇੱਕ ਤੀਜੇ ਵੇਰੀਏਬਲ 'ਚ ਕਨਵਰਟ ਕਰੋ, ਥੀਟਾ ਟੀ 'ਚ। ਇਹ ਆਪਣੀ ਮਰਜ਼ੀ ਹੁੰਦੀ ਹੈ, ਜਿਵੇਂ ਸੌਖਾ ਲੱਗਦਾ। ਇਹਨੂੰ ਫਿਰ ਆਪਾਂ ਇਹ ਪਹਿਲਾ ਕੁਐਸਚਨ ਲਿਆ, ਇਹਦੀ ਇਕੁਏਸ਼ਨ ਜਿਹੜੀ ਹੈਗਾ C1 ਕਰਵ ਦੀ, ਇਹ ਵਾਈ ਇਕੁਅਲ ਟੂ 0 ਡੀ ਵਾਈ 0 ਹੋ ਗਿਆ। ਇਸ ਕਰਕੇ ਫਿਰ ਆਪਾਂ ਸਾਰਾ ਐਕਸ 'ਚ ਕਨਵਰਟ ਕਰਾਂਗੇ, ਐਕਸ ਵੇਰੀ ਕਰਦਾ 0 to 1। ਹੁਣ ਇਹ ਪਹਿਲਾਂ ਵੀ ਕੀਤਾ ਸੀ, ਇਹ ਨਹੀਂ ਹੁੰਦਾ ਕਿ ਲਿਮਿਟ ਛੋਟੀ ਪਹਿਲਾਂ ਹੋਊਗੀ ਵੱਡੀ ਬਾਅਦ 'ਚੋਂ ਹੋਊਗੀ, ਜਿਵੇਂ ਆ ਰਿਹਾ ਉਵੇਂ ਕਰਨਾ। ਜੇ 0 to 1 ਆ 0 to 1 ਲਵਾਂਗੇ, ਜੇ 1 to 0 ਹੋਵੇ ਤਾਂ 1 to 0 ਲਵਾਂਗੇ। ਚਲੋ ਇਹ ਸਾਰਾ ਇਹਦੇ ਵਿੱਚ ਭਰਤਾ ਆਪਣੇ ਕੋਲ, ਡੀ ਵਾਈ 0 ਹੋ ਗਿਆ, ਆਹ 0 ਭਰਤਾ ਆਪਾਂ ਨੇ, ਆਹ ਸਾਰਾ ਡੀ ਵਾਈ 0 ਹੋ ਗਿਆ, ਸਾਰਾ 0 ਕਰਤਾ, ਇੰਟੀਗ੍ਰੇਸ਼ਨ ਕਰਤੀ, ਇਹ 1 ਆ ਗਿਆ। ਐਵੇਂ ਆਪਾਂ ਫਿਰ C2 ਕਰਵ ਲਈ, ਮੈਂ ਥੋੜ੍ਹਾ ਤੇਜ਼ ਕਰ ਰਿਹਾ ਹੈਗਾ। C2 ਕਰਵ ਲੈ ਕੇ ਆਹ ਐਕਸ ਪਲੱਸ ਵਾਈ ਇਹ ਸਾਰਾ ਵਾਈ 'ਚ ਕਨਵਰਟ ਕਰਨ ਲੱਗੇ ਹਾਂ, ਇਹ ਆ ਗਿਆ। ਇਹ ਸਾਰੀ ਵੈਲਿਊ ਭਰੀਆਂ ਨੇ, ਇਹ ਤੁਸੀਂ ਚੈੱਕ ਕਰ ਲਿਓ ਕਿ ਸਹੀ ਆ ਰਿਹਾ ਕਿ ਨਹੀਂ ਆ ਰਿਹਾ।
ਇਸ ਤੋਂ ਬਾਅਦ ਆਪਾਂ ਨੇ C3 ਕਰੋ ਲਈ, C3 ਕਰੋ x=0 ਹੈ, ਸਾਰਾ ਭਰ ਕੇ ਇਹ ਆ ਗਿਆ। ਤਿੰਨੇ ਕੱਢਣ ਤੋਂ ਬਾਅਦ ਫਿਰ ਆਪਾਂ ਨੇ ਤਿੰਨਾਂ ਦੀ ਵੈਲਿਊ ਭਰ ਦੇਣੀ ਇਹਦੇ ਵਿੱਚ, ਤਿੰਨਾਂ ਨੂੰ ਜੋੜਤਾ ਆਪਾਂ ਨੇ, ਤਿੰਨਾਂ ਨੂੰ ਜੋੜ ਕੇ ਆਪਣਾ ਆਨਸਰ ਲੈਫਟ ਹੈਂਡ ਸਾਈਡ ਦਾ ਇਹ ਆ ਗਿਆ। ਇਹ ਲੈਫਟ ਹੈਂਡ ਸਾਈਡ ਦਾ ਆਨਸਰ ਆ ਗਿਆ ਇਹਦਾ। ਹੁਣ ਰਾਈਟ ਹੈਂਡ ਸਾਈਡ ਸੋਲਵ ਕਰਨੀ ਆਪਾਂ, ਫਿਰ ਦੋਨੇ ਇਕੁਅਲ ਕਰ ਲਵਾਂਗੇ ਆਪਾਂ। ਜੋ ਰਾਈਟ ਹੈਂਡ ਸਾਈਡ ਆ ਦਿੱਤੀ ਹੋਈ ਆ ਆਪਾਂ ਨੂੰ, ਆਰ ਜਿਹੜਾ ਵਿਚਲਾ ਏਰੀਆ ਹੋਊਗਾ ਇਹਦੀ ਆਪਾਂ ਨੇ ਵਰਟੀਕਲ ਵੇਰੀਏਸ਼ਨ ਲਈ ਆ। ਵਰਟੀਕਲੀ ਜਿਹੜਾ y0 ਤੋਂ ਲੈ ਕੇ 1 - x ਤੱਕ ਵੇਰੀ ਕਰ ਰਿਹਾ ਹੈਗਾ, ਟੋਟਲ x 0 to 1 ਵੇਰੀ ਕਰ ਰਿਹਾ। ਫਿਰ ਇਹਦੀ ਇੰਟੀਗ੍ਰੇਸ਼ਨ ਕਰਤੀ ਜੀ, ਆਹ ਆ ਗਈ, ਦੁਬਾਰਾ ਇੰਟੀਗ੍ਰੇਸ਼ਨ ਕਰਤੀ, ਆਹ ਬਣ ਗਿਆ, ਇਹ ਵੈਰੀਫਾਈ ਹੋ ਗਿਆ। ਫਿਰ ਗ੍ਰੀਨਸ ਨੂੰ ਵੈਰੀਫਾਈ ਹੋ ਗਈ। ਹੁਣ ਇਹ ਕੁਐਸਚਨ ਜਿਹੜੇ ਹੈਗੇ ਨੇ ਵੈਰੀਫਾਈਡ ਵਾਲੇ, ਗੌਸ ਡਿਵਰਜੈਂਸ ਜਾਂ ਗ੍ਰੀਨ ਵਾਲੇ ਜਾਂ ਇੱਕ ਸਟੋਕਸ ਨੂੰ ਕਰਾਂਗੇ, ਇਹ ਸੌਖੇ ਕਿਉਂ ਨੇ? ਸੌਖੇ ਇਸ ਕਰਕੇ ਨੇ ਕੁਐਸਚਨ ਇਹ, ਇਹਨਾਂ 'ਚ ਆਪਾਂ ਨੂੰ ਆਨਸਰ ਪਤਾ। ਜੇ ਤਾਂ ਬਰਾਬਰ ਆ ਗਈਆਂ ਦੋਨੇ ਸਾਈਡਾਂ ਫਿਰ ਤਾਂ ਪੱਕਾ ਕੁਐਸਚਨ ਠੀਕ ਆ, ਆਪਣਾ ਨੰਬਰ ਪੂਰੇ ਮਿਲ ਜਾਣਗੇ ਆਪਾਂ ਨੂੰ। ਜੇ ਨਹੀਂ ਬਰਾਬਰ ਆਈਆਂ ਤਾਂ ਵੀ ਆਪਾਂ ਨੂੰ ਪਤਾ ਲੱਗ ਗਿਆ ਕਿ ਗਲਤੀ ਕੀ ਹੈਗੀ ਹੈ, ਫਿਰ ਆਪਾਂ ਗਲਤੀ ਲੱਭ ਸਕਦੇ ਹਾਂ। ਜੇ ਅਪਲਾਈ ਗ੍ਰੀਨਸ ਥਿਊਰਮ ਵਿੱਚ ਆਪਾਂ ਨੂੰ ਕੁਛ ਨਹੀਂ ਪਤਾ ਕਿ ਆਪਣਾ ਆਨਸਰ ਕੀ ਆ ਰਿਹਾ ਕਿ ਨਹੀਂ ਆ ਰਿਹਾ। ਪਰ ਜਿਹੜੇ ਵੈਰੀਫਾਈਡ ਵਾਲੇ ਨੇ ਕੁਐਸਚਨ ਜ਼ਿਆਦਾ ਸੌਖੇ ਤਾਂ ਹੀ ਕਹਾਂਗੇ, ਆਨਸਰ ਪਤਾ ਆਪਾਂ ਨੂੰ ਆਨਸਰ ਕੀ ਲੈ ਕੇ ਆਉਣਾ। ਚਲੋ ਇਹ ਕੁਐਸਚਨ ਅਪਲਾਈ ਵਾਲਾ ਵੀ ਚਲੋ ਕਰ ਹੀ ਲੈਂਦੇ ਹਾਂ, ਫਿਰ ਬਾਅਦ 'ਚ ਗ੍ਰੀਨ ਥਿਊਰਮ ਕਰ ਲਵਾਂਗੇ। ਹੁਣ ਅਪਲਾਈ ਕਰਨੀ ਹੈਗੀ ਹੈ ਆਪਾਂ ਨੇ। ਹੁਣ ਆਪਾਂ ਨੇ ਇਹ ਗੱਲ ਦੇਖੀ ਇਹਦੇ ਵਿੱਚ ਅਪਲਾਈ ਦੇ ਕੁਐਸਚਨ ਕਿਉਂ ਨੇ, ਕਿ ਇਹਦੇ ਵਿੱਚ ਜਿਹੜਾ ਲਾਈਨ ਇੰਟੈਗਰਲ ਹੈਗਾ ਇਹ ਪਾਰਟ ਲੰਬਾ ਗਿਆ, ਇਹ ਸੌਖਾ ਗਿਆ। ਇਹ ਪਾਰਟ ਲੰਬਾ ਤਾਂ ਆ ਗਿਆ ਬਿਕੋਜ਼ ਕਰਵਾਂ 3 ਹਿੱਸੇ ਬਣੇ ਹੋਏ ਸੀ ਇਹਦੇ ਵਿੱਚ। ਇਹ ਡਬਲ ਇੰਟੈਗਰਲ ਸੌਖਾ ਹੀ ਜਾਂਦਾ ਹੁੰਦਾ ਆਪਣੇ ਕੋਲ। ਤਾਂ ਜੇ ਆਪਾਂ ਇਹਨੂੰ ਪਹਿਲਾਂ ਇਹ ਫਾਈਂਡ ਕਰਨ ਵਾਸਤੇ ਕਿਹਾ ਗਿਆ ਹੋਵੇ, ਇਹਨੂੰ ਪਹਿਲਾਂ ਆਪਾਂ ਇਹ 'ਚ ਕਨਵਰਟ ਕਰ ਲਈ, ਇਹ ਸੌਖਾ ਹੁੰਦਾ ਫਾਈਂਡ ਕਰਨਾ। ਜਿਵੇਂ ਹੁਣ ਇਹ ਅਪਲਾਈ ਗ੍ਰੀਨਸ ਥਿਊਰਮ ਕਿਹਾ ਉਹਨਾਂ ਨੇ, ਇਹ ਕੁਐਸਚਨ ਆਪਾਂ ਵੈਲਿਊਏਟ ਕਰਨਾ। ਜੇ ਇਹਨੂੰ ਵੈਲਿਊਏਟ ਕਰਨਾ ਹੈਗਾ ਤਾਂ ਪਹਿਲਾਂ ਆਪਾਂ ਇਹ ਕੁਐਸਚਨ ਨੂੰ ਕਨਵਰਟ ਕਰ ਲਵਾਂਗੇ ਡਬਲ ਇੰਟੈਗਰਲ ਦੇ ਵਿੱਚ। ਡਬਲ ਇੰਟੈਗਰਲ ਗ੍ਰੀਨਸ ਨੂੰ ਲਾ ਕੇ ਡਬਲ ਇੰਟੈਗਰਲ 'ਚ ਕਨਵਰਟ ਕਰ ਲਵਾਂਗੇ। ਉਹ ਵੈਲਿਊਜ਼ ਕੱਢ ਲਈ, ਆਹ ਚੀਜ਼ ਹੋ ਗਿਆ। ਗ੍ਰੀਨਸ ਨੂੰ ਲਾ ਕੇ ਆਪਾਂ ਇਹ 'ਚ ਕਨਵਰਟ ਕਰ ਲਿਆ। ਇਹਦਾ ਕੀ ਫਾਇਦਾ ਹੋਊਗਾ, ਸੌਖਾ ਰਹੇਗਾ। ਹੁਣ ਰੀਜਨ ਇਹ ਡਰਾ ਕਰ ਲਿਆ ਆਪਾਂ ਨੇ। ਚਲੋ ਇਹ ਆਪਾਂ ਨੂੰ ਪਤਾ ਹੈਗਾ ਕਿ ਇਹ ਐਕਸ ਐਕਸਿਸ ਹੁੰਦੀ ਆ, ਇਹ ਲਾਈਨ ਵਾਈ ਦੇ ਪੈਰਲਲ ਹੋਏਗੀ ਜੀ। ਇਹ ਐਕਸ ਐਕਸਿਸ ਹੋਊਗੀ, ਇਹ x = π/2 ਹੋਏਗਾ। ਫਿਰ ਇਹ ਲਾਈਨ ਡਰਾ ਕਰਨ ਵਾਸਤੇ 2 ਪੁਆਇੰਟ ਲੜੇ, ਪੁਆਇੰਟ ਜਾਣ ਕੇ ਲੈਣ, ਇੱਕ ਤਾਂ ਇੰਟਰਸੈਕਸ਼ਨ ਲੈ ਲਿਆ, ਸੌਖਾ ਰਹੂਗਾ। ਇੱਕ x = π/2 ਨੇ ਇੰਟਰਸੈਕਸ਼ਨ ਲੈ ਲਿਆ ਇਹਦਾ, ਕਿ ਇੰਟਰਸੈਕਸ਼ਨ ਵੀ ਨਿਕਲ ਜਾਣਗੇ, ਨਾਲੇ ਲਾਈਨ ਵੀ ਬਣ ਜਾਏਗੀ। 2 ਪੁਆਇੰਟ ਚਾਹੀਦੇ ਹੁੰਦੇ ਨਾ ਆਪਾਂ ਲਾਈਨ ਡਰਾ ਕਰਨ ਵਾਸਤੇ, ਇੱਕ ਤਾਂ ਇੰਟਰਸੈਕਸ਼ਨ ਆਪਾਂ y = 0 ਨਾਲ ਲੈ ਲਿਆ, ਇੱਕ ਇੰਟਰਸੈਕਸ਼ਨ ਆਪਾਂ x = π/2 ਲੈ ਲਿਆ। ਬਾਕੀ ਜਿਸ ਤਰ੍ਹਾਂ ਮਰਜ਼ੀ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਫਿਰ ਆਪਾਂ ਇਹਦੀ ਉਵੇਂ ਵਰਟੀਕਲ ਵੇਰੀਏਸ਼ਨ ਲਈ ਹੈਗੀ ਆ। ਵਰਟੀਕਲ ਵੇਰੀਏਸ਼ਨ ਦੇ ਵਿੱਚ ਚੈੱਕ ਕਰ ਸਕਦੇ ਹਾਂ, ਜਿਹੜਾ y ਹੈਗਾ 0 to 2π/x ਤੱਕ ਵੇਰੀ ਕਰ ਰਿਹਾ ਹੈਗਾ, ਅਤੇ ਟੋਟਲ x ਵੇਰੀ ਕਰ ਰਿਹਾ 0 ਤੋਂ ਲੈ ਕੇ π/2 ਤੱਕ। ਬਸ ਇਹ ਸੋਲਵ ਕਰ ਲਿਆ ਆਪਾਂ ਨੇ, ਜੋ ਆ ਗਿਆ ਉਹ ਆਪਣਾ ਆਨਸਰ ਹੈ। ਚਲੋ ਇਹ ਕੰਸੈਪਟ ਜਿਹੜਾ ਹੈਗਾ ਪਹਿਲੀ ਥਿਊਰਮ ਦੇ ਕੰਪੈਰੇਟਿਵ ਸੌਖਾ ਵੀ ਹੈਗਾ। ਬਾਕੀ ਸਿੰਪਲ ਗੱਲ ਆ, ਜੇ ਤੁਹਾਨੂੰ ਇੰਟੈਗਰਲ ਦੋਨੇ ਕਰਨੇ ਆਉਂਦੇ ਹੈਗੇ ਨੇ ਫਿਰ ਤਾਂ ਕੁਐਸਚਨ ਬਹੁਤ ਸੌਖੇ ਨੇ। ਹੁਣ ਆਪਾਂ ਗ੍ਰੀਨਸ ਥਿਊਰਮ ਦਾ ਪ੍ਰੂਫ ਕਰ ਲੈਂਦੇ ਹੈਗੇ ਆ, ਉਹ ਸੌਖਾ ਹੀ ਆ ਗੌਸ ਡਿਵਰਜੈਂਸ ਦੇ ਕੰਪੈਰੇਟਿਵ। ਤਾਂ ਸਟੇਟਮੈਂਟ ਆਪਾਂ ਦੇਖੀ ਸੀ ਕਿ ਆਪਾਂ ਆਹ ਦੋਨੇ ਜਿਹੜੇ ਹੈਗੇ ਨੇ ਇਹ ਬਰਾਬਰ ਕਰਨੇ ਨੇ। ਹੁਣ ਥਿਊਰਮ ਆਪਾਂ 2 ਹਿੱਸਿਆਂ 'ਚ ਵੰਡ ਰਹੇ ਹੈਗੇ ਆ, ਆਹ ਪ੍ਰੂਫ ਸ਼ੁਰੂ ਕੀਤਾ। 2 ਹਿੱਸਿਆਂ ਵਿੱਚ ਆਪਾਂ ਇੱਦਾਂ ਵੰਡ ਰਹੇ ਹੈਗੇ ਆ ਕਿ ਸਭ ਤੋਂ ਪਹਿਲਾਂ ਆਪਾਂ ਥਿਊਰਮ ਪ੍ਰੂਵ ਕਰਾਂਗੇ ਇੱਕ ਸਪੈਸ਼ਲ ਰੀਜਨ ਵਾਸਤੇ। ਸਪੈਸ਼ਲ ਰੀਜਨ ਕਿਹੜਾ ਲੈਣਾ ਹੈਗਾ ਆਪਾਂ ਨੇ, ਆਰ। ਇਹ ਰੀਜਨ ਆਪਾਂ ਇੱਦਾਂ ਮੰਨਣਾ ਹੈ ਕਿ ਸੱਚ ਦੈਟ ਐਨੀ ਲਾਈਨ ਪੈਰਲਲ ਟੂ ਕੋਆਰਡੀਨੇਟ ਐਕਸਿਸ, ਕੋਈ ਵੀ ਲਾਈਨ ਲਈਏ ਆਪਾਂ, ਚਾਹੇ ਐਕਸ ਐਕਸਿਸ ਦੇ ਪੈਰਲਲ ਹੋਵੇ ਚਾਹੇ ਵਾਈ ਐਕਸਿਸ ਦੇ ਪੈਰਲਲ ਹੋਵੇ, ਮੀਟਸ ਇਨ ਰੀਜਨ ਆਰ, ਮੀਟਸ ਅ ਰੀਜਨ ਆਰ, ਇਹ ਆਰ ਰੀਜਨ ਨੂੰ ਮੀਟ ਕਰੇ ਓਨਲੀ ਇਨ 1 ਸੈਗਮੈਂਟ ਇਫ ਇਟਸ ਮੀਟ, ਜੇ ਮੀਟ ਕਰਦੀ ਹੈ, ਔਰ ਆ ਸਿੰਗਲ ਔਰ ਮੈਨੀ ਪੁਆਇੰਟਸ, ਸਿੰਗਲ ਜਾਂ ਮੈਨੀ ਪੁਆਇੰਟਸ 'ਤੇ ਮੀਟ ਕਰੇ। ਜਾਂ ਇਹ ਕੁਐਸਚਨ ਇਹਦਾ ਮਤਲਬ ਕੀ ਹੈਗਾ ਉਹ ਆਪਾਂ ਗੱਲ ਸਮਝ ਲੈਂਦੇ ਹਾਂ। ਜਿਵੇਂ ਆਪਾਂ ਇੱਕ ਇੱਥੇ ਬਣਿਆ ਵੀ ਹੈ, ਆਹ ਰੀਜਨ ਲਿਆ, ਜੇ ਆਪਾਂ ਕੋਈ ਵੀ ਇੱਕ ਲਾਈਨ ਡਰਾ ਕਰੀਏ ਜਿਹੜੀ ਵਾਈ ਐਕਸਿਸ ਦੇ ਪੈਰਲਲ, ਆਪਾਂ ਚੈੱਕ ਕਰ ਸਕਦੇ ਹਾਂ ਕਿ ਇਹ ਲਾਈਨ ਦਾ ਅਤੇ ਰੀਜਨ ਦਾ ਜਿਹੜਾ ਇੰਟਰਸੈਕਸ਼ਨ ਇੱਕ ਇੱਕੋ ਲਾਈਨ ਸੈਗਮੈਂਟ ਬਣ ਰਹੀ ਹੈ। ਬਸ ਆਹ ਵਾਲੀ ਉਰੋਂ ਤੋਂ ਲੈ ਕੇ ਉਰੇ ਤੱਕ, ਇਹ ਵੀ ਇੱਕੋ ਲਾਈਨ ਸੈਗਮੈਂਟ ਬਣ ਰਹੀ ਹੈ, ਇਹ ਵੀ ਇੱਕੋ ਲਾਈਨ ਸੈਗਮੈਂਟ ਬਣ ਰਹੀ ਹੈ, ਇਹ ਵੀ ਇੱਕੋ ਲਾਈਨ ਸੈਗਮੈਂਟ ਬਣ ਰਹੀ ਹੈ, ਉਰੇ ਕੁਛ ਨਹੀਂ ਬਣ ਰਿਹਾ।
ਹੋਰ ਗੱਲ ਸਮਝਣ ਵਾਸਤੇ ਆਪਾਂ ਹੋਰ ਐਗਜ਼ਾਮਪਲ ਲੈ ਲੈਣਾ, ਜਿਵੇਂ ਆਹ ਐਗਜ਼ਾਮਪਲ ਲਈ, ਆਹ ਰੀਜਨ ਟੇਢਾ ਜਿਹਾ ਬਣਾ ਲਿਆ ਆਪਾਂ ਨੇ। ਜੇ ਲਾਈਨ ਡਰਾ ਕਰਾਂਗੇ ਆਪਾਂ ਜਿਹੜੀ ਵਾਈ ਐਕਸ ਦੇ ਪੈਰਲਲ, ਲਾਈਨ ਦੇ ਆਹ ਰੀਜਨ ਆਰ, ਲਾਈਨ ਅਤੇ ਰੀਜਨ ਦੇ ਵਿੱਚ ਦੋ ਸੈਗਮੈਂਟ ਕਾਮਨ ਆ ਰਹੇ। ਸੈਗਮੈਂਟ ਦਾ ਲਾਈਨ ਦਾ ਹਿੱਸਾ, ਇੱਕ ਆਹ ਲਾਈਨ ਦਾ ਹਿੱਸਾ ਕਾਮਨ ਆ ਰਿਹਾ, ਇੱਕ ਲਾਈਨ ਆਹ ਲਾਈਨ ਦਾ ਹਿੱਸਾ ਕਾਮਨ ਆ ਰਿਹਾ, ਆਹ ਲਾਈਨ ਦਾ ਹਿੱਸਾ ਕਾਮਨ ਆ ਰਿਹਾ। ਇਹ ਰੀਜਨ ਨਹੀਂ ਮੰਨਣਾ ਹੈਗਾ, ਇਹ ਅੱਗੇ ਪ੍ਰੂਵ ਕਰਾਂਗੇ ਪਹਿਲਾਂ ਵਾਸਤੇ। ਮਤਲਬ ਪਹਿਲਾਂ ਆਪਾਂ ਇੱਕ ਸਪੈਸ਼ਲ ਰੀਜਨ ਲਿਆ ਹੈਗਾ ਕਿ ਆਪਾਂ ਜਿਵੇਂ ਆਹ ਰੀਜਨ, ਇਹ ਜੇ ਆਪਾਂ ਐਕਸ ਐਕਸਿਸ ਡਰਾ ਕਰੀਏ ਚਾਹੇ ਵਾਈ ਐਕਸਿਸ ਡਰਾ ਕਰੀਏ, ਹਮੇਸ਼ਾ ਇੱਕੋ ਲਾਈਨ ਦਾ ਹਿੱਸਾ ਆਵੇ। ਜਿਵੇਂ ਆਹ ਦੇਖੀਏ ਆਪਾਂ ਇੱਕ ਹੋਰ ਐਗਜ਼ਾਮਪਲ ਬਣਾਉਣਾ ਸੀ, ਜੇ ਆਪਾਂ ਐਕਸ ਦੇ ਪੈਰਲਲ ਡਰਾ ਕਰਾਂਗੇ ਤਾਂ ਇੱਕੋ ਹਿੱਸਾ ਆ ਰਿਹਾ ਲਾਈਨ ਦਾ, ਦੋਨਾਂ ਵਾਸਤੇ ਲੈਣਾ ਆਪਾਂ ਨੇ। ਜਿਵੇਂ ਹੁਣ ਜੇ ਆਪਾਂ ਇੱਦਾਂ ਲਈਏ, ਐਕਸ ਦੇ ਪੈਰਲਲ ਡਰਾ ਕੀਤੀ ਲਾਈਨ ਤਾਂ ਦੋ ਹਿੱਸੇ ਕਾਮਨ ਆ ਗਏ। ਇੱਦਾਂ ਰੀਜਨ ਆਪਾਂ ਨਹੀਂ ਲੈਣਾ ਹੈਗਾ, ਆਪਾਂ ਉਹ ਰੀਜਨ ਲੈਣਾ ਹੈਗਾ, ਤਾਂ ਅੰਡਰਸਟੂਡ ਹੈ ਕਿ ਸਰ ਇਹ ਗੋਲ ਟਾਈਪ ਹੀ ਹੋਊਗਾ ਬਸ ਇੱਕ। ਹੁਣ ਆਹ ਕੀ ਹੈਗਾ, ਔਰ ਆਹ ਸਿੰਗਲ ਪੁਆਇੰਟ ਜਾਂ ਸਿੰਗਲ ਪੁਆਇੰਟ 'ਤੇ ਮਿਲੇ। ਸਿੰਗਲ ਪੁਆਇੰਟ ਤੁਹਾਨੂੰ ਲੱਗ ਗਿਆ ਹੋਊਗਾ ਪਤਾ ਕਿ ਆਹ ਇੱਕ ਸਿੰਗਲ ਪੁਆਇੰਟ ਕਾਮਨ ਆ ਰਿਹਾ, ਸਿੰਗਲ ਪੁਆਇੰਟ ਆ। ਜਾਂ ਮੈਨੀ ਪੁਆਇੰਟ, ਮੈਨੀ ਪੁਆਇੰਟ ਕਿਉਂ ਪਾਇਆ ਹੈਗਾ ਇਹ ਆਪਾਂ ਅੱਗੇ ਦੇਖਾਂਗੇ। ਮਤਲਬ ਕਿ ਰੀਜਨ ਕਿੱਦਾਂ ਬਣਨਾ, ਜਾਂ ਤਾਂ ਇੱਕੋ ਲਾਈਨ ਸੈਗਮੈਂਟ ਬਣੇ, ਆਹ ਲਾਈਨ ਇੱਕੋ ਲਾਈਨ ਸੈਗਮੈਂਟ ਬਣ ਰਹੀ ਆ, ਜਾਂ ਇੱਕ ਪੁਆਇੰਟ 'ਤੇ ਇੱਕ ਪੁਆਇੰਟ 'ਤੇ ਮੀਟ ਕਰ ਰਿਹਾ, ਠੀਕ ਆ, ਹੋ ਸਕਦਾ ਇੱਕ ਪੁਆਇੰਟ ਕਾਮਨ ਹੋ ਸਕਦਾ, ਜਾਂ ਮੈਨੀ ਪੁਆਇੰਟਸ। ਮੈਨੀ ਪੁਆਇੰਟਸ ਕਿਉਂ ਨੇ ਉਹ ਆਪਾਂ ਦੇਖ ਲਵਾਂਗੇ। ਚਲੋ ਹੁਣ ਇੱਦਾਂ ਰੀਜਨ ਮੰਨਿਆ, ਚਲੋ ਇਹ ਆਪਣੇ ਸੌਖੇ ਵਾਸਤੇ ਹੀ ਆ। ਆਪਣਾ ਇਹ 'ਚ ਮੋਟਿਵ ਕੀ ਹੈਗਾ, ਆਪਾਂ ਨੇ ਇੱਕ ਤਾਂ ਆਹ ਲਾਈਨ ਇੰਟੈਗਰਲ ਸੋਲਵ ਕਰਨਾ, ਇੱਕ ਡਬਲ ਇੰਟੈਗਰਲ ਸੋਲਵ ਕਰਨਾ, ਦੋਨੋਂ 'ਚੋਂ ਸੋਲਵ ਕਰਨੀ ਹੈ। ਜੇ ਆਪਾਂ ਨੇ ਲਾਈਨ ਇੰਟੈਗਰਲ ਸੋਲਵ ਕਰਨਾ ਹੈਗਾ ਮੰਨ ਲਓ, ਜਾਂ ਡਬਲ ਇੰਟੈਗਰਲ ਸੋਲਵ ਕਰਨਾ, ਕੋਈ ਵੀ ਸੋਲਵ ਕਰਨਾ ਹੈਗਾ, ਤਾਂ ਚਾਹੀਦਾ ਕੀ ਹੁੰਦਾ ਆਪਾਂ ਨੂੰ ਉਰੇ। ਜੇ ਮੰਨ ਲਓ ਆਪਾਂ ਲਾਈਨ ਇੰਟੈਗਰਲ ਸੋਲਵ ਕਰ ਰਹੇ ਹੈਗੇ ਹਾਂ, ਐਗਜ਼ਾਮਪਲ ਦੇਖ ਲੈਣਾ। ਮੰਨ ਲਓ ਆਪਾਂ ਨੇ ਉਰੇ ਲਾਈਨ ਇੰਟੈਗਰਲ ਸੋਲਵ ਕਰਨਾ ਸੀ, ਆਪਾਂ ਨੂੰ ਕੀ ਚਾਹੀਦਾ ਸੀਗਾ ਕਿ ਪਹਿਲਾਂ ਡਿਸਾਈਡ ਕੀਤਾ ਸੀ ਆਪਾਂ ਨੇ ਕਿੰਨੀਆਂ ਇਹਦੇ ਵਿੱਚ ਕਰਵ ਆਉਣੇ, ਕਿੰਨੇ ਪਾਰਟਸ ਬਣਨਗੇ, 1 2 3। ਇਹ ਪਾਰਟਸ ਕਿਵੇਂ ਡਿਸਾਈਡ ਕਰਾਂਗੇ, ਚਲੋ ਇਹ ਤਾਂ ਲੱਗ ਗਿਆ ਪਤਾ ਕਿ 3 ਪਾਰਟ ਬਣਨੇ ਨੇ। ਇਹਦੇ ਵਿੱਚ ਆਪਾਂ ਨੂੰ ਇਹ ਚਾਹੀਦਾ ਹੈਗਾ ਕਿ ਤਿੰਨੇ ਪਾਰਟਸ ਦੀ, ਜੇ ਮੰਨ ਲਓ ਇਹ ਵਾਲਾ ਪਾਰਟ ਆਪਾਂ ਸੋਲਵ ਕਰਾਂਗੇ, ਇਹ ਸੋਲਵ ਤਾਂ ਹੋ ਸਕਦਾ ਜੇ ਆਪਾਂ ਨੂੰ C1 ਦੀ ਇਕੁਏਸ਼ਨ ਪਤਾ ਹੋਵੇ। ਉਹਦੀ ਇਕੁਏਸ਼ਨ ਕਿਉਂ, ਜੇ ਇਕੁਏਸ਼ਨ ਪਤਾ ਹੋਊਗੀ ਤਾਂ ਹੀ ਕਰਕੇ ਆਪਾਂ ਨੂੰ ਇੱਕ ਵੇਰੀਏਬਲ 'ਚ ਕਨਵਰਟ ਕਰ ਪਾਵਾਂਗੇ, ਤਾਂ ਹੀ ਕਰਕੇ ਸੋਲਵ ਹੋਊਗਾ। ਮਤਲਬ ਲਾਈਨ ਇੰਟੈਗਰਲ ਸੋਲਵ ਕਰਨ ਵਿੱਚ ਕੀ ਚਾਹੀਦਾ ਆਪਾਂ ਨੂੰ, ਪਹਿਲੀ ਗੱਲ ਪਤਾ ਹੋਣੀ ਚਾਹੀਦੀ ਹਿੱਸੇ ਕਿੰਨੇ ਬਣਨਗੇ। ਉਹਦੇ ਹਿੱਸੇ ਆਪਾਂ ਇਹ ਦੇਖ ਸਕਦੇ ਹਾਂ ਕਿ ਕਿੰਨੀਆਂ ਇਕੁਏਸ਼ਨਸ ਗਿਵਨ ਨੇ, ਉਹਨੇ ਜੇ 3 ਇਕੁਏਸ਼ਨਸ ਗਿਵਨ ਨੇ, 3 ਹਿੱਸੇ ਬਣਨਗੇ ਇਸ ਕੇਸ। ਅਤੇ ਹਰੇਕ ਹਿੱਸੇ ਦੀ ਜਿਵੇਂ C1 ਦੀ ਇਕੁਏਸ਼ਨ ਚਾਹੀਦੀ ਹੈ ਆਪਾਂ ਨੂੰ, ਤਾਂ ਜੋ ਇਹ ਸੋਲਵ ਕਰ ਸਕੇ, ਫਿਰ C2 ਦੀ, ਫਿਰ C3 ਦੀ। ਇਹ ਚਾਹੀਦੀਆਂ ਨੇ ਇਕੁਏਸ਼ਨ, ਤਾਂ ਹੀ ਆਪਾਂ ਸੋਲਵ ਕਰ ਪਾਵਾਂਗੇ ਲਾਈਨ ਇੰਟੈਗਰਲ ਨੂੰ। ਐਵੇਂ ਡਬਲ ਇੰਟੈਗਰਲ ਦੇ ਵਿੱਚ, ਡਬਲ ਇੰਟੈਗਰਲ ਕਿਵੇਂ ਸੋਲਵ ਹੁੰਦਾ ਹੁੰਦਾ, ਡਬਲ ਇੰਟੈਗਰਲ ਦੇ ਵਿੱਚ ਵੀ ਆਪਾਂ ਨੂੰ ਇੱਦਾਂ ਕਹਿ ਲਓ ਕਿ ਇਕੁਏਸ਼ਨ ਚਾਹੀਦੀ। ਜੇ ਆਪਾਂ ਹੋਰੀਜ਼ੋਨਟਲ ਵਰਟੀਕਲ ਵੇਰੀਏਸ਼ਨ ਲੈ ਰਹੇ ਹੈਗੇ ਹਾਂ, ਤਾਂ ਜਿੱਥੋਂ ਸ਼ੁਰੂ ਕਰ ਰਹੇ ਹਾਂ ਜਿੱਥੇ ਪਹੁੰਚਦੇ ਹਾਂ ਉਹਦੀ ਇਕੁਏਸ਼ਨ ਚਾਹੀਦੀ ਹੈ, ਅਤੇ ਓਵਰਆਲ ਸਭ ਤੋਂ ਘੱਟ ਵੈਲਿਊ ਐਕਸ ਦੀ ਚਾਹੀਦੀ ਹੈ, ਸਭ ਤੋਂ ਵੱਡੀ ਵੈਲਿਊ ਚਾਹੀਦੀ ਹੈ ਐਕਸ ਦੀ। ਜੇ ਆਪਾਂ ਮੰਨ ਲਓ ਵਰਟੀਕਲ ਵੇਰੀਏਸ਼ਨ ਲੈ ਰਹੇ ਹੈਗੇ ਹਾਂ, ਹੋਰੀਜ਼ੋਨਟਲ ਵੇਰੀਏਸ਼ਨ ਲੈ ਰਹੇ ਹੈਗੇ ਮੰਨ ਲਓ, ਤਾਂ ਉਰੇ ਐਕਸ ਦੀ ਇਕੁਏਸ਼ਨ ਚਾਹੀਦੀ ਹੈ ਆਪਾਂ ਨੂੰ ਕਿੰਨੀ ਹੋਊਗੀ, ਅਤੇ ਉਰੇ ਐਕਸ ਦੀ ਇਕੁਏਸ਼ਨ ਚਾਹੀਦੀ ਹੈ ਕਿੰਨੀ ਹੋਊਗੀ। ਜਾਂ ਓਵਰਆਲ ਕਰ ਲਓ ਕਿ ਚਾਹੇ ਆਪਾਂ ਹੋਰੀਜ਼ੋਨਟਲ ਕੱਢਣੀ ਹੈ ਚਾਹੇ ਵਰਟੀਕਲ ਕੱਢਣੀ ਹੈ, ਸਾਰੀਆਂ ਇਕੁਏਸ਼ਨ ਪਤਾ ਹੋਣ ਬਸ ਸਾਰਾ ਕੁਛ ਕਰ ਸਕਦੇ ਫਿਰ ਆਪਾਂ। ਜਿਵੇਂ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਤਿੰਨੇ ਇਕੁਏਸ਼ਨਸ ਪਤਾ ਹੈਗੀਆਂ ਨੇ, ਤਾਂ ਇਸ ਕੇਸ 'ਚ ਆਪਾਂ ਤਿੰਨੇ ਇਕੁਏਸ਼ਨ ਪਤਾ ਨੇ, ਆਪਣੀ ਮਰਜ਼ੀ ਹੈ ਹੋਰੀਜ਼ੋਨਟਲ ਨਾਲ ਵੀ ਕਰ ਸਕਦੇ ਹਾਂ ਕੁਐਸਚਨ, ਵਰਟੀਕਲ ਨਾਲ ਵੀ ਕਰ ਸਕਦੇ ਹਾਂ। ਤਾਂ ਓਵਰਆਲ ਕੀ ਰਿਜ਼ਲਟ ਬਣਾਇਆ ਆਪਾਂ ਨੇ ਕਿ ਜੇ ਆਪਾਂ ਨੇ ਲਾਈਨ ਇੰਟੈਗਰਲ ਜਾਂ ਡਬਲ ਇੰਟੈਗਰਲ ਕੱਢਣਾ ਹੈਗਾ, ਲਾਈਨ ਇੰਟੈਗਰਲ ਜਾਂ ਡਬਲ ਇੰਟੈਗਰਲ, ਆਪਾਂ ਨੂੰ ਪੂਰੀਆਂ ਇਕੁਏਸ਼ਨ ਚਾਹੀਦੀਆਂ ਨੇ ਕਰਵ ਦੀਆਂ, ਤਾਂ ਦੋਨੇ ਸੋਲਵ ਹੋ ਜਾਣਗੇ। ਇਹ ਤਰੀਕਾ ਧਿਆਨ 'ਚ ਰੱਖਦੇ ਹੋਏ ਆਪਾਂ ਨੇ ਹੁਣ ਕੁਐਸਚਨ ਸੋਲਵ ਕਰਨਾ ਸ਼ੁਰੂ ਕੀਤਾ। ਤਾਂ ਹੁਣ ਜਿਵੇਂ ਇਹ ਹੈ, ਮੰਨ ਲਓ ਇਹਦੇ ਵਿੱਚ ਮੰਨ ਲਓ ਇਹ ਕੁਐਸਚਨ ਦੀ ਵਰਟੀਕਲ ਵੇਰੀਏਸ਼ਨ ਲੈਣੀ ਹੈ, ਤਾਂ ਕੀ ਚਾਹੀਦਾ, ਪਹਿਲੀ ਗੱਲ ਆਪਾਂ ਪਹਿਲਾਂ ਡਬਲ ਇੰਟੈਗਰਲ ਦੀ ਗੱਲ, ਜੇ ਵਰਟੀਕਲ ਵੇਰੀਏਸ਼ਨ ਕਰਨੀ ਹੈ ਆਪਾਂ ਨੇ, ਤਾਂ ਨੀਚੇ ਵਾਈ ਪਤਾ ਹੋਣਾ ਚਾਹੀਦਾ ਕਿੰਨਾ ਹੋਵੇ, ਉੱਪਰ ਵਾਈ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਿੰਨਾ ਹੋਵੇ। ਤਾਂ ਆਪਾਂ ਨੀਚੇ ਵਾਈ ਜਿਹੜਾ ਹੈਗਾ ਐਫ ਐਕਸ ਮੰਨ ਲਿਆ, ਉੱਪਰ ਵਾਈ ਜੀ ਐਕਸ ਮੰਨ ਲਿਆ। ਇਹ ਕੰਪਲਸ਼ਨ ਨਾਲ ਲੋਡ ਆ ਆਪਾਂ ਨੂੰ, ਤਾਂ ਹੀ ਡਬਲ ਇੰਟੈਗਰਲ ਆਪਾਂ ਸੋਲਵ ਕਰ ਸਕਦੇ ਹਾਂ।
ਤੇ x ਉਰੇ a b ਕਿਉਂ ਲਿਆ, ਕਿਉਂਕਿ ਜੇ ਆਪਾਂ ਨੂੰ ਇਹ ਵੀ ਪਤਾ ਹੋਊਗਾ ਲਿਮਟ x ਦੀ ਤਾਂ ਹੀ ਡਬਲ ਇੰਟੈਗਰਲ ਸੋਲਵ ਹੋਊਗਾ। ਪਹਿਲਾਂ y ਦੇਖਣਾ ਦਾ ਕਿੰਨਾ ਵੇਰੀ ਕਰ ਰਿਹਾ, ਕਿੱਥੋਂ ਕਿੱਥੇ ਵੇਰੀ ਕਰ ਰਿਹਾ, ਫਿਰ ਟੋਟਲ ਦੇਖਣਾ ਦਾ x ਕਿੰਨਾ ਵੇਰੀ ਕਰ ਰਿਹਾ ਹੈਗਾ। ਤਾਂ ਜਿਹੜੀ ਆਹ ਆਪਣੇ ਕੋਲ ਰੀਜਨ ਹੈਗਾ, ਇਹਨੂੰ ਕਿਵੇਂ ਲਿਖਿਆ, ਇਸ ਫਾਰਮ 'ਚ ਲਿਖਿਆ ਆਪਾਂ ਨੇ, ਕਿਉਂ x a ਤੋਂ b ਵੇਰੀ ਕਰ ਰਿਹਾ ਓਵਰਆਲ, ਅਤੇ y ਜਿਹੜਾ ਹੈਗਾ ਐਫ ਐਕਸ ਤੋਂ ਜੀ ਐਕਸ ਵੇਰੀ ਕਰਾਇਆ। ਇਹ ਵਰਟੀਕਲ ਵੇਰੀਏਸ਼ਨ ਵਾਸਤੇ ਆ। ਦੂਜੀ ਗੱਲ, ਲਾਈਨ ਇੰਟੈਗਰਲ ਵੀ ਸੋਲਵ ਹੋ ਜਾਏਗਾ। ਲਾਈਨ ਇੰਟੈਗਰਲ ਸੋਲਵ ਕਿਉਂ ਹੋਊਗਾ, ਬਿਕੋਜ਼ ਇਹ ਕਰਵ ਦੀ ਇਕੁਏਸ਼ਨ ਲੱਗ ਗਈ ਪਤਾ ਆਪਾਂ ਨੂੰ ਕਿੰਨੀ ਹੈ, y ਇਕੁਅਲ ਟੂ ਐਫ ਐਕਸ। ਇਹ ਕਰਵ ਦੀ ਇਕੁਏਸ਼ਨ ਵੀ ਲੱਗ ਗਈ ਪਤਾ ਆਪਾਂ ਨੂੰ ਕਿੰਨੀ ਹੈ, y ਇਕੁਅਲ ਟੂ ਜੀ ਐਕਸ। ਦੋਨੇ ਕਰਵ ਦੀ ਇਕੁਏਸ਼ਨ ਲੱਗ ਗਈ ਪਤਾ ਆਪਾਂ ਨੂੰ, ਅਤੇ ਇਸ ਕੇਸ ਲਾਈਨ ਇੰਟੈਗਰਲ ਵੀ ਹੋ ਜਾਏਗਾ ਅਤੇ ਡਬਲ ਇੰਟੈਗਰਲ ਵੀ ਸੋਲਵ ਹੋ ਜਾਏਗਾ। ਦੋ ਕਰਵ ਆਣੇ ਬਸ, ਦੋਨੇ ਇਕੁਏਸ਼ਨ ਚਾਹੀਦੀਆਂ ਆਪਾਂ ਨੂੰ। ਦੂਜੀ ਗੱਲ, ਜੇ ਮੰਨ ਲਓ ਆਪਾਂ ਇਹਦੀ ਵਰਟੀਕਲ ਹੋਰੀਜ਼ੋਨਟਲ ਵੇਰੀਏਸ਼ਨ ਕਰਨੀ, ਹੋਰੀਜ਼ੋਨਟਲ ਵੇਰੀਏਸ਼ਨ ਜਿਹੜੀ ਹੋਊਗੀ ਇੱਦਾਂ ਹੋਊਗੀ, ਇੱਦਾਂ ਵੇਰੀ ਕਰੇਗਾ। ਆਹ ਦੁਬਾਰਾ ਬਣਾ ਨਾ, ਅੱਧਾ ਕਰ ਲਿਆ ਇੱਥੋਂ, ਆਹ ਕਰਵ ਤੋਂ ਲੈ ਕੇ ਆਹ ਕਰਵ 'ਤੇ ਪਹੁੰਚੇਗਾ ਜੇ ਆਪਾਂ ਹੋਰੀਜ਼ੋਨਟਲ ਵੇਰੀਏਸ਼ਨ ਲਵਾਂਗੇ। ਤਾਂ ਆਪਾਂ ਨੂੰ ਇਹ ਕਰਵ 'ਚ ਐਕਸ ਵੇਰੀ ਕਰੇ, ਇਹ ਕਰਵ 'ਚ ਐਕਸ ਚਾਹੀਦਾ ਕਿੰਨਾ ਹੈਗਾ, ਅਤੇ ਇਹ ਕਰਵ 'ਚ ਐਕਸ ਚਾਹੀਦਾ ਕਿੰਨਾ ਹੈਗਾ ਆਪਣੇ ਕੋਲ। ਤਾਂ ਆਪਾਂ ਨੇ ਇਕੁਏਸ਼ਨ ਜਿਹੜੀ ਹੈਗੀ ਆ, ਐਕਸ ਉਰੇ ਇੱਧਰਲੀ ਕਰਵ ਦੇ ਵਿੱਚ ਪੀ ਵਾਈ ਮੰਨ ਲਿਆ, ਇੱਧਰਲੀ ਕਰਵ ਦੇ ਵਿੱਚ ਆਪਾਂ ਕਿਊ ਵਾਈ ਮੰਨ ਲਿਆ, ਓਵਰਆਲ ਵਾਈ ਕਿੰਨਾ ਮੰਨ ਲਿਆ ਆਪਾਂ, ਸੀ ਤੋਂ ਡੀ। ਇੱਦਾਂ ਕਿਉਂ ਕੀਤਾ, ਬਿਕੋਜ਼ ਆਪਾਂ ਨੂੰ ਦੋਨੇ ਰੀਜਨ ਇੱਕੋ ਹੀ ਆ, ਕਿਉਂਕਿ ਆਪਾਂ ਨੂੰ ਦੋਨੇ ਚਾਹੀਦੀਆਂ ਹੈਗੀਆਂ ਨੇ। ਇਹ ਜੇ ਗੱਲ ਹਜੇ ਸਮਝ ਨਹੀਂ ਆਈ ਹੈਗੀ ਕਿ ਇੱਕੋ ਰੀਜਨ ਨੂੰ ਆਪਾਂ ਦੋ ਤਰੀਕੇ ਨਾਲ ਕਿਵੇਂ ਲਿਖ ਸਕਦੇ ਹੈਗੇ, ਇੱਕੋ ਰੀਜਨ ਨੂੰ ਆਪਾਂ ਦੋ ਤਰੀਕੇ ਨਾਲ ਕਿਵੇਂ ਲਿਖ ਸਕਦੇ ਹੈਗੇ, ਤਾਂ ਆਪਣੇ ਕੋਲ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇਹ ਵੈਲਿਊ ਜਿਹੜੀ ਹੈਗੀ ਆ, ਜਿਵੇਂ ਆਪਾਂ ਸਰਕਲ ਲਈਏ, ਸਰਕਲ ਜਿਹੜਾ ਹੈਗਾ ਐਕਸ ਸਕੇਅਰ ਪਲੱਸ ਵਾਈ ਸਕੇਅਰ ਇਕੁਅਲ ਟੂ ਏ ਸਕੇਅਰ। ਜੇ ਇਹਦੇ ਵਿੱਚ ਆਪਾਂ ਨੇ ਐਕਸ ਵੇਰੀ ਕਰਾਉਣਾ ਹੈਗਾ, ਸਰਕਲ ਇੱਕੋ ਹੀ ਆ, ਜੇ ਆਪਾਂ ਨੇ ਮੰਨ ਲਓ ਇਹਦਾ ਹੋਰੀਜ਼ੋਨਟਲ ਵੇਰੀਏਸ਼ਨ ਲੈਣੀ ਹੈ ਇਸ ਕੇਸ, ਤਾਂ ਇਹ ਆਊਗੀ ਆਪਣੇ ਕੋਲ ਪਲੱਸ ਮਾਈਨਸ ਅੰਡਰ ਰੂਟ ਏ ਸਕੇਅਰ ਮਾਈਨਸ ਵਾਈ ਸਕੇਅਰ। ਮਤਲਬ ਇੱਧਰ ਐਕਸ ਨੈਗੇਟਿਵ ਹੋਊਗਾ, ਇੱਧਰ ਐਕਸ ਪੋਜ਼ੀਟਿਵ ਹੋਊਗਾ। ਜੇ ਮੰਨ ਲਓ ਆਪਾਂ ਇਹਦੀ ਲੈਣੀ ਹੈਗੀ ਹੈ ਵਰਟੀਕਲ ਵੇਰੀਏਸ਼ਨ, ਜੇ ਵਰਟੀਕਲ ਵੇਰੀਏਸ਼ਨ ਲੈਣੀ ਹੈ ਮੰਨ ਲਓ ਆਪਾਂ ਇਹਦੀ, ਉਹ ਬਣਾਉਂਦੇ ਹਾਂ, ਜੇ ਵਰਟੀਕਲ ਵੇਰੀਏਸ਼ਨ ਲੈਣੀ ਹੈਗੀ ਹੈ ਤਾਂ ਇਕੁਏਸ਼ਨ ਤਾਂ ਆਹੀ ਆ। ਹੁਣ ਆਪਾਂ ਇਹ 'ਚ ਵਾਈ ਲਿਖ ਲਵਾਂਗੇ ਪਲੱਸ ਮਾਈਨਸ ਅੰਡਰ ਰੂਟ ਏ ਸਕੇਅਰ ਮਾਈਨਸ ਐਕਸ। ਇਹ ਦੋਨੇ ਗੱਲਾਂ ਲਿਖ ਸਕਦੇ ਹਾਂ, ਐ ਨਹੀਂ ਕਿ ਆਹ 'ਚ ਗਲਤ ਹੋ ਗਈ ਜਾਂ ਪਹਿਲਾਂ ਸਹੀ ਸੀ ਆਹ ਗਲਤ ਆ, ਜਾਂ ਆਹ ਗਲਤ ਆ ਪਹਿਲਾਂ ਸਹੀ ਸੀਗਾ। ਜਿਸ ਤਰ੍ਹਾਂ ਮਰਜ਼ੀ ਆਪਾਂ ਕਹਿ ਸਕਦੇ ਹੈਗੇ ਹਾਂ। ਉਵੇਂ ਇਹਦੇ ਵਿੱਚ ਵੀ ਹੈਗਾ ਆਪਣੇ ਕੋਲ ਇੱਕੋ ਕਰਵ ਨੂੰ ਦੋ ਤਰੀਕਾਂ ਲਿਖਿਆ, ਦੋ ਤਰੀਕੇ ਲੋੜ ਸੀ ਆਪਾਂ ਤਾਂ ਲਿਖਿਆ। ਹੁਣ ਅੱਗੇ ਸਮਝ ਆ ਜਾਓ, ਬਾਕੀ ਕੁਐਸਚਨ ਤਕਰੀਬਨ ਅੱਗੇ ਸੌਖਾ ਹੀ ਹੈ, ਆਹੀ ਚੀਜ਼ ਦੀ ਮੇਨ। ਹੁਣ ਪਹਿਲਾਂ ਆਪਾਂ ਆਹ ਚੀਜ਼ ਸੋਲਵ ਕਰ ਰਹੇ ਹਾਂ ਡਬਲ ਇੰਟੈਗਰਲ। ਪਹਿਲਾਂ ਕਰਲੀ ਐਮ ਬਾਈ ਕਰਲੀ ਵਾਈ ਵਾਲਾ ਪਾਰਟ ਕੀਤਾ, ਫਿਰ ਕਰਲੀ ਐਮ ਬਾਈ ਕਰਲੀ ਐਕਸ ਵਾਲਾ ਪਾਰਟ ਕਰਾਂਗੇ। ਪਹਿਲਾਂ ਕੰਸੀਡਰ ਕੀਤਾ ਕਰਲੀ ਐਮ ਬਾਈ ਕਰਲੀ ਵਾਈ ਡੀ ਐਕਸ ਡੀ ਵਾਈ, ਇਹ ਸੋਲਵ ਕਰ ਰਹੇ ਹਾਂ ਆਪਾਂ। ਹੁਣ ਇਹ ਵਾਈ ਵਾਲਾ ਹੈਗਾ ਤਾਂ ਇਹਦੀ ਇੰਟੀਗ੍ਰੇਸ਼ਨ ਵਾਈ ਨਾਲ ਹੋਊਗੀ, ਤਾਂ ਇਹਦੀ ਇੰਟੀਗ੍ਰੇਸ਼ਨ ਪਹਿਲਾਂ ਆਪਾਂ ਵਾਈ ਨਾਲ ਕਰ ਰਹੇ ਹਾਂ। ਵਾਈ ਨਾਲ ਇੰਟੀਗ੍ਰੇਸ਼ਨ ਮਤਲਬ ਕਿ ਆਪਾਂ ਨੂੰ ਵਾਈ ਨਾਲ ਇੰਟੀਗ੍ਰੇਸ਼ਨ ਤਾਂ ਹੋਏਗੀ ਜੇ ਆਪਾਂ ਵਰਟੀਕਲ ਵੇਰੀਏਸ਼ਨ ਲਵਾਂਗੇ। ਫਿਰ ਆਪਾਂ ਨੇ ਵਰਟੀਕਲ ਵੇਰੀਏਸ਼ਨ ਲਈ, ਵਰਟੀਕਲ ਵੇਰੀਏਸ਼ਨ ਲੈ ਕੇ ਆਪਣੇ ਕੋਲ ਲੱਗ ਗਿਆ ਪਤਾ ਕਿ ਜਿਹੜਾ ਵਾਈ ਹੈਗਾ ਐਫ ਐਕਸ ਟੂ ਜੀ ਐਕਸ ਵੇਰੀ ਕਰ ਰਿਹਾ, ਓਵਰਆਲ ਐਕਸ ਏ ਤੋਂ ਬੀ ਵੇਰੀ ਕਰ ਰਿਹਾ ਹੈਗਾ। ਏ ਤੋਂ ਬੀ ਵੇਰੀ ਕਰ ਗਿਆ, ਇਹ ਆ ਗਿਆ। ਹੁਣ ਅੱਗੇ ਆਪਾਂ ਇੰਟੀਗ੍ਰੇਸ਼ਨ ਕਰਾਂਗੇ, ਡੈਰੀਵੇਟਿਵ ਇੰਟੀਗ੍ਰੇਸ਼ਨ ਕੱਢ ਜਾਏਗਾ, ਜਿਵੇਂ ਪਹਿਲਾਂ ਕੀਤਾ ਸੀ ਆਪਾਂ ਗੌਸ 'ਚ ਵੀ ਇਹੀ ਕੁਛ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਆਪਾਂ ਇਹ ਐਕਸ ਵਾਈ ਜਾਣ ਕੇ ਪਾਇਆ ਕਿ ਐਮ ਫੰਕਸ਼ਨ ਆਫ ਐਕਸ ਵਾਈ ਆ, ਅਤੇ ਇਹ ਦੱਸਣ ਵਾਸਤੇ ਪਾਇਆ ਕਿ ਲਿਮਟਾਂ ਇਹ ਵਾਈ ਦੀਆਂ ਨੇ, ਇਹ ਵਾਈ 'ਚ ਹੀ ਭਰਨੀਆਂ ਨੇ, ਇਹ ਵੈਲਿਊ ਵਾਈ 'ਚ ਭਰਨੀ ਹੈ, ਇਹ ਵਾਈ 'ਚ ਪਹਿਲਾਂ ਅੱਪਰ ਲਿਮਟ ਵਾਈ 'ਚ ਭਰੀ, ਫਿਰ ਲੋਅਰ ਭਰੀ। ਉਸ ਤੋਂ ਬਾਅਦ ਆਪਾਂ ਨੇ ਇੰਟੀਗ੍ਰੇਸ਼ਨ ਅਲੱਗ ਅਲੱਗ ਕਰਤੀ, ਅਤੇ ਇਹ ਇੰਟੀਗ੍ਰੇਸ਼ਨ ਆਪਾਂ ਨੇ ਪਹਿਲਾਂ ਪਾਤੀ ਐਫ ਐਕਸ ਵਾਲੀ। ਇਹਦੀ ਲਿਮਟਾਂ ਜੇ ਆਪਾਂ ਇੰਟਰਚੇਂਜ ਕਰਾਂਗੇ, ਮਤਲਬ ਕਿ ਇੰਟੀਗ੍ਰੇਸ਼ਨ ਬੀ ਟੂ ਏ ਕਰਾਂਗੇ ਤਾਂ ਨੈਗੇਟਿਵ ਸਾਈਨ ਆ ਜਾਏਗਾ ਅੱਗੇ, ਉਹ ਨੈਗੇਟਿਵ ਸਾਈਨ ਪਾਤਾ ਆਪਾਂ ਅੱਗੇ। ਇਸ ਤੋਂ ਬਾਅਦ ਇਹ ਚੀਜ਼ ਬਣ ਗਈ। ਹੁਣ ਇਹ ਗੱਲ ਚੈੱਕ ਕਰਨੀ ਹੈ ਕਿ ਇਹ ਹੈ ਕੀ ਹੈ ਲਾਈਨ ਇੰਟੈਗਰਲ ਵਿੱਚ, ਕਿ ਜਿਵੇਂ ਇਹਨੂੰ ਆਪਾਂ ਨੇ ਲਾਈਨ ਇੰਟੈਗਰਲ 'ਚ ਕਨਵਰਟ ਕਰਤਾ। ਇੱਦਾਂ ਲਿਖ ਸਕਦੇ ਹਾਂ ਆਪਾਂ ਲਾਈਨ ਇੰਟੈਗਰਲ ਦੀ ਫੋਰਮ ਦੇ ਵਿੱਚ, C2 ਪਾਤਾ ਉਰੇ। ਇਹ ਕਿਵੇਂ ਕਨਵਰਟ ਕੀਤਾ ਉਵੇਂ ਹੀ ਹੈ ਜਿਵੇਂ ਆਪਾਂ ਹੁਣ ਇਹਦੇ ਵਾਸਤੇ ਕਰਨਾ ਹੋਵੇ, C2 ਵਾਸਤੇ ਕਰਨਾ ਹੋਵੇ ਤਾਂ ਕਿਵੇਂ ਕਰ ਦਿੰਦੇ ਆਪਾਂ, ਇੱਕ ਵੇਰੀਏਬਲ 'ਚ ਕਨਵਰਟ ਕਰ ਦਿੰਦੇ। ਇੱਕ ਵੇਰੀਏਬਲ 'ਚ ਕਿਵੇਂ ਕਨਵਰਟ ਕਰਾਂਗੇ, ਵਾਈ ਦੀ ਥਾਂ 'ਤੇ ਕੀ ਭਰਾਂਗੇ ਆਪਾਂ, ਜੀ ਐਕਸ, ਐਂ ਕਰਦੇ ਹੁੰਦੇ ਆਪਾਂ।
ਫਿਰ ਇਹੀ ਚੀਜ਼ ਆ ਮਤਲਬ ਕਿ ਆਪਣੇ ਕੋਲ ਉਰੇ C2 ਪਾਤਾ ਤਾਂ ਅੰਡਰਸਟੂਡ ਹੈ ਕਿ y ਤਾਂ ਆਪਾਂ fx ਭਰਾਂਗੇ। ਸੌਰੀ ਪਹਿਲਾ ਸੀਗਾ ਜਿਸ ਇਹ ਜੇ ਆਪਾਂ C1 ਆ ਇਹ ਥੋੜ੍ਹਾ ਜਿਹਾ ਗਲਤ ਹੋ ਗਿਆ, ਉਰੇ C1 ਆਊਗਾ ਜੇ ਠੀਕ ਕਰ ਲਿਓ, ਉਰੇ C2 ਆਊਗਾ। ਹੁਣ fx ਭਰਿਆ ਆਪਾਂ ਨੇ, ਇਹ ਅੰਡਰਸਟੂਡ ਆ ਕਿ fx ਜੇ C1 ਹੋਊਗਾ ਤਾਂ y ਨੂੰ ਆਪਾਂ fx ਹੀ ਭਰਾਂਗੇ। ਓਵਰਆਲ ਨਾਲੇ ਜਿਹੜਾ x ਕਿੰਨਾ ਵੇਰੀ ਕਰ ਰਿਹਾ, A ਤੋਂ B ਵੇਰੀ ਕਰ ਰਿਹਾ, ਚੈੱਕ ਕਰ ਸਕਦੇ ਹਾਂ। ਜਿਹੜਾ x ਓਵਰਆਲ A ਤੋਂ B ਵੇਰੀ ਕਰ ਰਿਹਾ। ਲਾਈਨ ਟੈਬਲ ਆਪਾਂ ਇੱਦਾਂ ਹੀ ਕਰਨਾ ਹੁੰਦਾ, ਪਹਿਲਾਂ ਆਪਾਂ ਇੱਕ ਵੇਰੀਏਬਲ 'ਚ ਕਨਵਰਟ ਕਰਨਾ ਹੁੰਦਾ, ਫਿਰ ਚੈੱਕ ਕਰਨਾ ਹੁੰਦਾ ਕਿ x ਕਿੰਨਾ ਵੇਰੀ ਕਰ ਰਿਹਾ। ਜੇ ਨਹੀਂ ਸਮਝ ਆਇਆ ਤਾਂ ਆਪਾਂ ਇਹ ਐਗਜ਼ਾਮਪਲ ਵੀ ਦੇਖ ਸਕਦੇ ਹਾਂ ਜਿਹੜਾ ਕੀਤਾ ਆਪਾਂ ਨੇ। ਹੁਣ ਆਹ ਕੁਐਸਚਨ ਆ, ਇਸ ਕੁਐਸਚਨ ਨੂੰ ਆਪਾਂ ਇਸ ਫਾਰਮ 'ਚ ਲਿਖਿਆ ਕਿਵੇਂ, ਪਹਿਲਾਂ ਇੱਕ ਵੇਰੀਏਬਲ 'ਚ ਕਨਵਰਟ ਕੀਤਾ ਅੰਦਰ, ਆਹ ਸਾਰਾ ਇੱਕ ਵੇਰੀਏਬਲ 'ਚ ਕਨਵਰਟ ਕੀਤਾ, ਅਤੇ ਜਿਹੜਾ ਵੇਰੀਏਬਲ ਹੈਗਾ ਅੰਦਰ ਲਿਮਟਾਂ ਉਹਦੀਆਂ ਪਾਉਣੀਆਂ ਹੁੰਦੀਆਂ ਆਪਾਂ ਨੇ। ਤਾਂ ਇਸ ਚੀਜ਼ ਨੂੰ ਆਪਾਂ ਇੱਦਾਂ ਵੀ ਤਾਂ ਇਕੁਅਲ ਕਹਿ ਸਕਦੇ, ਗਲਤ ਐ ਨਹੀਂ ਕਿ ਆਪਾਂ ਇੱਦਾਂ ਕਹਿਣਾ ਕਿ ਆਹ ਚੀਜ਼ ਇਹਦੇ ਇਕੁਅਲ ਆ, ਫਿਰ ਆ ਵੀ ਤਾਂ ਇਕੁਅਲ ਹੀ ਹੋਊਗੀ ਉਲਟੀ, ਇੱਥੋਂ ਆ ਵੀ ਤਾਂ ਕਨਵਰਟ ਕਰ ਸਕਦੇ ਹਾਂ। ਕਿਉਂ ਕਿਵੇਂ ਕਨਵਰਟ ਕੀਤਾ, ਇੱਕ ਵੇਰੀਏਬਲ 'ਚ ਕਨਵਰਟ ਹੋ ਜਾਏਗਾ ਅਤੇ ਲਿਮਟਾਂ ਜਿਹੜੀਆਂ ਹੈਗੀਆਂ ਆਪਾਂ C1 ਤੋਂ ਦੇਖ ਕੇ ਪਾ ਲਵਾਂਗੇ ਕਿ 0 to 1 ਲਿਮਟਾਂ ਨੇ। ਉਵੇਂ ਆਹ ਗੱਲ ਦੇਖੀ ਆਪਾਂ ਇਹਦੇ ਵਿੱਚ ਕਿ ਜਿਹੜੀ ਵੈਲਿਊ ਹੈਗੀ ਆਪਣੇ ਕੋਲ, ਉਰੇ C1 ਲਿਆ ਸੀ ਆਪਾਂ ਨੇ, ਉਰੇ C2 ਲਿਆ ਸੀ, ਜਿਹੜੀ ਵੈਲਿਊ ਹੈਗੀ ਆਪਣੇ ਕੋਲ C1 ਦੇ ਵਿੱਚ ਜੇ ਇੱਕ ਵੇਰੀਏਬਲ 'ਚ ਕਨਵਰਟ ਕੀਤਾ y = fx ਤਾਂ ਸਾਰਾ ਕੁਛ ਨੈਕਸਟ 'ਚ ਕਨਵਰਟ ਹੋਏਗੀ। x ਲਿਮਟਾਂ ਠੀਕ ਨੇ, A to B ਜਾ ਰਿਹਾ, ਠੀਕ ਹੈ ਜੀ, x A to B ਜਾ ਰਿਹਾ, ਐਂਟੀ ਕਲੌਕਵਾਈਜ਼ ਲੈਣਾ ਆਪਾਂ ਨੇ। ਦੂਜਾ ਦੇਖਿਆ ਆਪਾਂ ਇਹਦੇ ਵਿੱਚ ਵੀ ਇੱਕ ਵੇਰੀਏਬਲ 'ਚ ਕਨਵਰਟ ਕੀਤਾ ਆਪਾਂ ਨੇ gx ਦੇ ਵਿੱਚ, ਹਾਂਜੀ C2 ਉੱਪਰ ਜਿਹੜਾ ਹੈਗਾ ਆਪਣੇ ਕੋਲ y gx ਹੀ ਹੈ, ਅਤੇ ਉਰੇ ਹੁਣ B ਤੋਂ A ਜਾ ਰਿਹਾ, ਐਂਟੀ ਕਲੌਕਵਾਈਜ਼ ਆ, B ਤੋਂ A ਲੈਣਾ ਆਪਾਂ ਨੇ, ਇਹ B ਤੋਂ A ਜਾ ਰਿਹਾ, ਠੀਕ ਹੈ। C2 ਕਰਵ ਹੈਗੀ, ਦੋਨਾਂ 'ਚੋਂ ਮਾਈਨਸ ਕਾਮਨ ਕੱਢ ਲਿਆ, ਇਹੀ ਥੋੜ੍ਹਾ ਕੰਸੈਪਟ ਸਮਝਣ ਵਾਲਾ ਸੀਗਾ। ਇਹਨਾਂ 'ਚੋਂ ਮਾਈਨਸ ਕਾਮਨ ਕੱਢ ਲਿਆ ਆਪਾਂ ਨੇ, ਇਹ ਬਣ ਗਿਆ ਇਹ C1 C2, ਜੇ ਆਪਾਂ ਦੋਨੇ ਕਰਵਾਂ ਜੋੜਾਂਗੇ ਤਾਂ ਓਵਰਆਲ ਕਰਵ ਕੀ ਬਣ ਜਾਏਗੀ, ਇਹ C ਬਣ ਜਾਏਗੀ। ਤਾਂ ਇਹ ਓਵਰਆਲ ਕਰਵ C ਬਣ ਗਈ, ਬਾਹਰ ਮਾਈਨਸ ਆ ਗਿਆ। ਇਹ ਪਹਿਲਾ ਪਾਰਟ ਆਪਾਂ ਨੇ ਪ੍ਰੂਵ ਕੀਤਾ, ਆਪਾਂ ਨੇ ਇਹਦੀ ਵੈਲਿਊ ਕੱਢੀ ਹੈ, ਇਹ ਨੈਗੇਟਿਵ ਆ ਗਈ, ਫਿਰ ਨੈਗੇਟਿਵ ਸਾਈਨ ਆਪਾਂ ਦੂਜੇ ਪਾਸੇ ਲੈ ਜਾਣਾ ਹੈਗਾ, ਤਾਂ ਇਹਦੀ ਵੈਲਿਊ ਕਿੰਨੀ ਆ ਗਈ, ਨੈਗੇਟਿਵ ਸਾਈਨ ਦੂਜੇ ਪਾਸੇ ਲੈ ਗਏ ਤਾਂ ਇਹਦੀ ਵੈਲਿਊ ਆਪਣੇ ਕੋਲ ਆ ਗਈ। ਇਹ ਪਹਿਲਾ ਪਾਰਟ ਹੋ ਗਿਆ। ਹੁਣ ਲੱਗ ਗਿਆ ਹੁਣ ਆਈਡੀਆ ਕਿ ਦੂਜਾ ਪਾਰਟ ਫਿਰ ਆਪਾਂ ਹੁਣ ਆਹ ਸੋਲਵ ਕਰਾਂਗੇ, ਇਹ ਸੋਲਵ ਕਰਕੇ ਇਹਦੇ ਵਿੱਚ ਆਊਗਾ। ਹੁਣ ਦੇਖੋ ਆਹ ਸੋਲਵ ਕਰ ਰਹੇ ਹਾਂ ਪਹਿਲਾਂ ਆਪਾਂ, ਚਲੋ ਆਹ ਸੋਲਵ ਕਰਨ ਤੋਂ ਪਹਿਲਾਂ ਇੱਕ ਹੋਰ ਚੀਜ਼ ਸਮਝਾਉਣੀ ਹੈਗੀ ਹੈ ਕਿ ਰੀਜਨ ਆਪਣੇ ਕੋਲ ਇੱਦਾਂ ਵੀ ਆ ਸਕਦਾ। ਹੁਣ ਚੈੱਕ ਕਰ ਸਕਦੇ ਹੋ ਕਿ ਕੋਈ ਵੀ ਆਪਾਂ ਜਿਹੜੀ ਮੈਂ ਪਿੱਛੇ ਗੱਲ ਸਕਿੱਪ ਕਰੀ ਸੀ ਆਹ ਵਾਲੀ, ਮੈਨੀ ਪੁਆਇੰਟਸ ਕਿਵੇਂ ਕਿਹਾ ਕਾਮਨ, ਹੁਣ ਥੋੜ੍ਹਾ ਜਿਹਾ ਦੇਖ ਲਿਓ ਧਿਆਨ ਨਾਲ। ਜਿਹੜੀ ਆਹ ਚੀਜ਼ ਹੈਗੀ ਆਪਣੇ ਕੋਲ, ਆਪਾਂ ਆਹ ਰੀਜਨ ਸੈਟੀਸਫਾਈ ਕਰੇ, ਲਾਈਨ ਸੈਗਮੈਂਟ ਇੱਕ ਆ ਰਹੀ ਹੈ ਜਾਂ ਕੋਈ ਨਹੀਂ ਆ ਰਹੀ, ਸਹੀ ਹੈ ਰੀਜਨ। ਪਰ ਇਹਦੇ ਵਿੱਚ ਹੈ ਕੀ ਹੈ, ਜੇ ਆਪਾਂ ਲਾਈਨ ਇੱਥੇ ਡਰਾ ਕਰਦੀ ਹੈ, ਉਰੇ ਜਿਹੜੇ ਹੈਗੇ ਨੇ ਆਪਣੇ ਕੋਲ ਇਨਫਾਈਨਾਈਟ ਮੈਨੀ ਪੁਆਇੰਟਸ ਕਾਮਨ ਆ ਰਹੇ ਨੇ, ਜਾਂ ਇਹਨੂੰ ਲਾਈਨ ਸੈਗਮੈਂਟ ਵੀ ਕਹਿ ਸਕਦੇ ਹਾਂ, ਜਿਸ ਤਰ੍ਹਾਂ ਮਰਜ਼ੀ ਕਹਿ ਲਓ, ਇਹ ਤੁਹਾਡੀ ਮਰਜ਼ੀ ਹੈ। ਜੇ ਤੁਸੀਂ ਮੈਨੀ ਪੁਆਇੰਟਸ ਨਾਲ ਕੰਸੈਪਟ ਨਹੀਂ ਪਾਉਣਾ ਹੈਗਾ, ਇਹਨੂੰ ਛੱਡ ਦੇਵੋ, ਕਿਉਂ ਲਾਈਨ ਸੈਗਮੈਂਟ ਹੀ ਹੋਊਗੀ ਇਹ ਵੀ ਜਿਹੜੀ ਹੈਗੀ ਆਪਣੇ ਕੋਲ ਲਾਈਨ ਸੈਗਮੈਂਟ ਹੀ ਹੋਊਗੀ ਜਿਹੜੀ ਕਾਮਨ ਆ ਰਹੀ ਦੋਨਾਂ ਵਿੱਚ। ਇੱਦਾਂ ਕਹਿ ਲਵੋ ਚਾਹੇ ਇਨਫਾਈਨਾਈਟ, ਜਾਂ ਇਹਨੂੰ ਇਨਫਾਈਨਾਈਟ ਮੈਨੀ ਪੁਆਇੰਟਸ ਕਹਿ ਸਕਦੇ ਹਾਂ, ਇਹ ਆਪਣੀ ਮਰਜ਼ੀ, ਜਿਸ ਤਰ੍ਹਾਂ ਮਰਜ਼ੀ ਕਰ ਲਵੋ। ਹੁਣ ਜੇ ਆਪਣੇ ਕੋਲ ਲਾਈਨ ਸੈਗਮੈਂਟ ਇੱਦਾਂ ਵੀ ਤਾਂ ਕਾਮਨ ਆ ਸਕਦੀ ਹੈਗੀ ਹੈ, ਜੇ ਲਾਈਨ ਸੈਗਮੈਂਟ ਇੱਦਾਂ ਕਾਮਨ ਆ ਗਈ ਮਤਲਬ ਪੈਰਲਲ ਟੂ ਵਾਈ ਐਕਸਿਸ ਹੋਊਗੀ, ਤਾਂ ਇਸ ਕੇਸ ਵਿੱਚ ਜਿਹੜੀ ਗੱਲ ਸਮਝਾਉਣੀ ਸੀਗੀ ਉਹ ਦੇਖ ਲਿਓ ਗੱਲ ਇੱਦਾਂ। ਇਹ ਕੇਸ ਦੀ ਆਪਾਂ ਗੱਲ ਕਿਉਂ ਕਰ ਰਹੇ ਹੈਗੇ, ਜੇ ਮੰਨ ਲਓ ਉਰੇ fx ਹੋਵੇ, ਉਰੇ gx ਹੋਵੇ, ਹੁਣ y ਕਿੰਨਾ ਇੰਟੀਗ੍ਰੇਸ਼ਨ ਚੈੱਕ ਕਰੀਏ ਡਬਲ ਇੰਟੈਗਰਲ ਦੀ ਵਰਟੀਕਲ ਵੇਰੀਏਸ਼ਨ ਲਈਏ, ਤਾਂ ਜਿਹੜਾ ਆਪਣੇ ਕੋਲ ਇੰਟੀਗ੍ਰੇਸ਼ਨ ਹੈਗੀ fx to gx 'ਚ ਆ ਰਹੀ ਹੈ, ਅਤੇ ਓਵਰਆਲ x ਕਿੰਨਾ ਵੇਰੀ ਕਰ ਰਿਹਾ, A ਤੋਂ B ਵੇਰੀ ਕਰ ਰਿਹਾ, ਮਤਲਬ ਇਹ ਵਾਲਾ ਏਰੀਆ ਇਸ ਚੀਜ਼ ਨੂੰ ਸੈਟਿਸਫਾਈ ਕਰ ਰਿਹਾ, ਆਹ ਚੀਜ਼ ਨੂੰ। ਪਰ ਆਪਣੇ ਦਿਮਾਗ 'ਚ ਇਹ ਗੱਲ ਆ ਰਹੀ ਹੈ ਇੱਥੇ, ਉਰੇ ਆਪਾਂ ਇਹ ਕੰਪਲਸ਼ਨ ਨਹੀਂ ਕਰ ਸਕਦੇ ਕਿ ਕਰਵਾਂ ਦੋ ਹੀ ਹੋਣਗੀਆਂ, ਉਰੇ ਕਰਵਾਂ ਦੋ ਬਣਾਈਆਂ ਆਪਾਂ, ਦੋ ਪਾਰਟਸ ਬਣਾਏ ਨੇ, ਇਹ ਕਰਵ ਦੇ ਪਾਰਟ 4 ਵੀ ਹੋ ਸਕਦੇ ਨੇ, ਜੇ ਗੱਲ ਸਮਝ ਆ ਰਹੀ ਹੋਵੇ। ਮਤਲਬ ਕਿ ਇਹਦੇ ਵਿੱਚ ਕੀ ਹੈਗਾ ਆਪਣੇ ਕੋਲ, ਜੇ y = fx ਆ, ਇੱਕ y = gx ਆ, ਜੇ ਡਬਲ ਇੰਟੀਗ੍ਰੇਸ਼ਨ ਕਰਾਂਗੇ fx to gx ਜਾ ਰਹੀ ਹੈਗੀ ਆ ਸੇਮ ਆ, ਅਤੇ x A ਤੋਂ B ਵੇਰੀ ਕਰ ਰਿਹਾ, ਬਿਲਕੁਲ ਸਹੀ ਆ। ਇਹ ਬਈ ਡਾਇਗਰਾਮ B
ਇਸ ਚੀਜ਼ ਨੂੰ ਸੈਟੀਸਫਾਈ ਕਰ ਰਹੀ ਆ। ਤਾਂ ਉਰੇ ਫਿਰ ਆਪਾਂ ਕਿਵੇਂ ਕਹਿ ਸਕਦੇ ਕਿ ਆਹ ਕਰਵ ਪਲੱਸ ਆਹ ਕਰਵ ਜੋੜਾਂਗੇ ਤਾਂ ਓਵਰਆਲ ਸਾਰੇ ਕਰਵ ਬਣ ਜੂਗੇ। 2 ਕਰਵਾਂ ਮਿਸ ਹੋ ਗਈਆਂ ਇਸ ਕੇਸ ਤਾਂ ਇਹ ਵਾਲਾ ਡਾਊਟ ਵੀ ਆਪਾਂ ਇੱਥੇ ਕਲੀਅਰ ਕਰਨਾ ਹੈਗਾ। ਨਾਓ ਦੇਅਰ ਮੇ ਕੇਸ ਇਨ ਕਰਵ ਸੀ ਦੈਟ ਇਟ ਹੈਜ਼ ਬਾਊਂਡਰੀ ਪੈਰਲਲ ਟੂ ਵਾਈ ਐਕਸਿਸ। ਸੀ ਦਾ ਡਾਇਗਰਾਮ ਦਿਸ ਵਿਲ ਨਾਟ ਅਫੈਕਟ ਦ ਰਿਜ਼ਲਟ 1। ਹੁਣ ਆਪਣੇ ਦਿਮਾਗ 'ਚ ਹੁਣ ਗੱਲ ਹੋਊਗੀ ਜੇ C1 + C2 ਆਪਾਂ ਕਰਵ ਨਾਲ ਇੰਟੀਗ੍ਰੇਸ਼ਨ ਐਡ ਕਰਾਂਗੇ, ਮਤਲਬ ਇਸ ਕੇਸ 'ਚ ਵੀ C1 C2 ਜੋੜਾਂਗੇ ਪੱਕਾ C ਹੀ ਆਊਗੀ। ਮਤਲਬ ਇਹ 2 ਕਰਵ ਲਾਈਨਾਂ ਦਾ ਜਾਂ ਕਰਵ ਦੇ ਪਾਰਟ ਦਾ ਜੋੜ 'ਚ ਫਰਕ ਨਹੀਂ ਪੈਣਾ। ਮਤਲਬ ਹੁਣ ਇਹ ਗੱਲ ਸਮਝਣੀ ਆਪਾਂ ਕਿ C1 C2 ਜੋੜ ਕੇ ਓਵਰਆਲ C ਕਿੱਦਾਂ ਬਣ ਗਿਆ। ਉਹ ਇਹ ਗੱਲ ਹੈਗੀ ਆ ਬਿਕੋਜ਼ ਇਹਦੇ ਵਿੱਚ ਵੈਸੇ ਇੰਟੀਗ੍ਰੇਸ਼ਨ 3 ਬਣਨਗੀਆਂ, ਇੱਕ 4 ਬਣਨਗੀਆਂ C1 C2 C3 C4 4 ਇੰਟੀਗ੍ਰੇਸ਼ਨ ਬਣਨਗੀਆਂ ਇਹਦੇ ਵਿੱਚ। ਹੁਣ C1 C2 ਇਹ ਤਾਂ ਇਹ ਵਾਲੀ ਹੋ ਗਈ, C1 C2 ਆਹ ਵਾਲੀ। ਹੁਣ ਇਹ ਚਾਰਾਂ ਨੂੰ ਜੋੜ ਕੇ ਫਿਰ ਆਹ 'ਚ ਬਣੇਗੀ ਸੀ। ਉਰੇ ਸਿਰਫ 2 ਹੀ ਨੇ। ਹੁਣ ਇਹ ਗੱਲ ਕਰ ਰਹੇ ਜੇ 2 ਐਕਸਟਰਾ ਵੀ ਆ ਗਏ ਫਰਕ ਕੋਈ ਨਹੀਂ ਪੈਣਾ। ਕਿਉਂ ਫਰਕ ਨਹੀਂ ਪੈਣਾ? ਉਰੇ ਦੇਖੀਏ ਗੌਰ ਨਾਲ ਆਪਾਂ, ਉਰੇ ਇਹਦੀ ਇਕੁਏਸ਼ਨ x = b ਹੋਏਗੀ, AD ਦੀ ਇਕੁਏਸ਼ਨ x = a ਹੋਏਗੀ, BC ਦੀ x = b ਹੋਏਗੀ। ਉਸ ਕੇਸ 'ਚ ਫਿਰ ਡੈਰੀਵੇਟਿਵ ਦੋਨੇ ਕੇਸ dx 0 ਆ ਜਾਏਗਾ। ਜੇ dx 0 ਆ ਜਾਏਗਾ ਤਾਂ ਆਹ ਮਤਲਬ ਕਿ ਆਹ ਵਾਲਾ ਪਾਰਟ ਵੀ 0 ਹੋਊਗਾ, ਆਹ ਵਾਲਾ ਪਾਰਟ ਵੀ 0 ਹੋਊਗਾ। ਜੇ ਦੋਨੇ ਪਾਰਟ 0 ਹੋਣਗੇ ਤਾਂ ਜੋੜ ਕੇ ਓਵਰਆਲ ਫਿਰ ਵੀ ਇਹੀ ਆਨਸਰ ਹੀ ਬਣੂਗਾ। ਮਤਲਬ ਜੇ 2 ਕੋਈ ਐਕਸਟਰਾ ਆ ਰਹੇ ਨੇ ਤਾਂ ਦੋਨੇ 0 ਹੋਣਗੇ, ਇੰਨਾ ਫਰਕ ਨਹੀਂ ਪੈਂਦਾ। ਮਤਲਬ ਇਸ ਕੇਸ ਵਿੱਚ ਆਪਣੇ ਕੋਲ ਇਹ ਕਰਵ ਅਤੇ ਇਹ ਕਰਵ ਜੋੜਾਂਗੇ ਓਵਰਆਲ ਸਾਰੇ ਕਰਵ ਬਣ ਜਾਏਗੀ। ਬਿਕੋਜ਼ ਇਹ 2 ਕਰਵਾਂ ਵੀ ਆਪਾਂ ਲਵਾਂਗੇ ਤਾਂ dx 0 ਹੋਣ ਕਰਕੇ ਇਹਨਾਂ ਦੋਨੇ ਕਰਵਾਂ ਉਸ 'ਤੇ mdx 0 ਹੋ ਜਾਏਗਾ। ਜੇ mdx 0 ਹੋ ਜਾਏਗਾ ਫਿਰ ਆਹ ਬਣ ਜਾਏਗਾ। ਇੱਕ ਥੋੜ੍ਹੀ ਗੱਲ ਹੋਰ ਧਿਆਨ ਰੱਖਣੀ ਆ, ਉਰੇ ਇਕੱਲੀ ਆਪਾਂ ਲਾਈਨ ਟੈਗਰ ਪਾਇਆ, ਉਰੇ ਕਲੋਜ਼ਡ ਪਾਇਆ। ਇਹ ਤੁਹਾਨੂੰ ਲੱਗ ਗਿਆ ਹੋਣਾ ਪਤਾ ਕਲੋਜ਼ਡ ਕਿਉਂ ਪਾਇਆ, ਬਿਕੋਜ਼ C1 ਅਤੇ C2 ਕਰਵਾਂ ਕਲੋਜ਼ਡ ਨਹੀਂ ਹੈਗੀਆਂ। C1 ਸਿਰਫ ਇੰਨੀ ਓਪਨ ਆ, C2 ਵੀ ਓਪਨ ਆ। ਇਹ ਓਵਰਆਲ ਸਾਰੇ ਜੋੜ ਕੇ ਕਲੋਜ਼ ਬਣਦੀ ਹੈ, ਇਸ ਕਰਕੇ ਉਰੇ ਕਲੋਜ਼ ਇੰਟੈਗਰਲ ਪਾਇਆ ਆਪਾਂ ਨੇ। ਐਵੇਂ ਆਪਾਂ ਨੇ ਫਿਰ ਡਾਇਗਰਾਮ ਦੂਜੀ ਲਈ, ਡਾਇਗਰਾਮ ਦੂਜੀ ਦੇਖੀ ਆਹ ਵਾਲੀ। ਇਹਦੇ 'ਚ ਹੁਣ ਆਪਾਂ ਹੋਰੀਜ਼ੋਨਟਲ ਵੇਰੀਏਸ਼ਨ ਲੈਣੀ ਆ। ਹੋਰੀਜ਼ੋਨਟਲ ਵੇਰੀਏਸ਼ਨ ਲਈ ਆਪਾਂ ਨੇ ਹੋਰੀਜ਼ੋਨਟਲ ਵੇਰੀਏਸ਼ਨ ਕਿਉਂ ਲੈਣੀ ਤੁਹਾਨੂੰ ਲੱਗ ਜਾਣਾ ਪਤਾ ਕਿ ਇਹਦੀ ਇੰਟੀਗ੍ਰੇਸ਼ਨ x ਨਾਲ ਪਹਿਲਾਂ ਹੋਏਗੀ। ਪਹਿਲਾਂ x ਵੇਰੀ ਕਰਾਉਣਾ ਪੈਣਾ ਤਾਂ ਹੋਰੀਜ਼ੋਨਟਲ ਵੇਰੀਏਸ਼ਨ ਲੈਣੀ ਪੈਣੀ ਆ। ਜੇ ਹੋਰੀਜ਼ੋਨਟਲ ਵੇਰੀਏਸ਼ਨ ਲਵਾਂਗੇ ਆਪਾਂ ਤਾਂ ਆਪਣੇ ਕੋਲ ਉਵੇਂ x ਵੇਰੀ ਕਰਾਤਾ, y ਵੇਰੀ ਕਰਾਇਆ, x ਓਵਰਆਲ ਵੇਰੀ ਕਰ ਰਿਹਾ ਇਸ ਕਰਵ ਤੋਂ ਇਹ ਕਰਵ ਤੱਕ, y C ਤੋਂ D ਜਾ ਰਿਹਾ। ਬਾਕੀ ਕੰਮ ਸੌਖਾ ਹੀ ਆ। ਲਿਮਟਾਂ ਭਰਤੀਆਂ, ਹੁਣ x 'ਚ ਭਰਨੀਆਂ ਲਿਮਟਾਂ। ਇਹ x 'ਚ ਭਰਾਂਗੇ QY ਆਊਗਾ, ਅੱਪਰ ਲਿਮਟ ਲੋਅਰ ਲਿਮਟ ਭਰੀ ਆਪਾਂ ਨੇ PY ਆਊਗਾ। ਇੰਟੀਗ੍ਰੇਸ਼ਨ ਹੱਲ ਕਰ ਲਈਆਂ। ਹੁਣ ਇਹ ਥੋੜ੍ਹਾ ਜਿਹਾ ਸ਼ਾਰਟਕਟ ਮਾਰਿਆ ਹੈਗਾ, ਉਹ ਚੈੱਕ ਕਰ ਲਿਓ। QY ਦੇਖੀ ਆਪਾਂ ਕਰਵ ਕਿਹੜੀ ਆ, ਜਿਹੜੀ QY ਹੈਗੀ ਆ ਕਰਵ ਆਹ ਸੀ QY C ਤੋਂ D ਜਾ ਰਿਹਾ। QY ਇਹ ਕਰਵ ਇਹ C2 ਆ। ਇਹ ਆਪਾਂ ਨੇ ਪਲੱਸ ਕਰਕੇ ਇਹਨੂੰ ਇੱਕ ਸਟੈਪ ਸਕਿਪ ਕੀਤਾ, ਛੱਡਿਆ ਹੈ। ਪਲੱਸ ਕਰਕੇ D ਤੋਂ C ਆ ਜਾਏਗਾ, ਲਿਮਟ ਉਲਟ ਜਾਣਗੇ। D ਤੋਂ C PY ਆਹ ਸੀ D ਤੋਂ C PY ਕਰਵ ਉੱਪਰ ਇੱਦਾਂ ਜਾ ਰਹੇ ਹਾਂ ਆਪਾਂ। ਇਹ ਕਰਵ ਇਹ ਬਣ ਜਾਏਗੀ C1। ਇਹ C1 C ਬਣ ਗਿਆ। ਫਿਰ ਕਲੋਜ਼ਡ ਕਰਵ C ਬਣ ਗਈ। ਤਾਂ ਔਰ ਆਪਾਂ ਨੇ ਆਹ ਦੋਨੇ ਵੈਲਿਊ ਆਪਸ 'ਚ ਇਕੁਅਲ ਕਰ ਦਿੱਤੀਆਂ, ਇਕੁਅਲ ਆ ਗਈਆਂ। ਫਿਰ ਆਪਾਂ ਨੇ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਹੈਗਾ, ਪਹਿਲਾ ਰਿਜ਼ਲਟ ਆਹ ਬਣਾਇਆ ਸੀ ਆਪਾਂ ਨੇ, ਦੂਜਾ ਰਿਜ਼ਲਟ ਆਹ ਬਣਾਇਆ, ਦੋਨੇ ਐਡ ਕਰਤੇ। ਇਹ ਆਪਣੇ ਉਹ ਗ੍ਰੀਨ ਸੀ ਨੂੰ ਮਾਰ। ਪਰ ਇਹ ਹਜੇ ਪੂਰਾ ਪ੍ਰੂਫ ਨਹੀਂ ਹੋਇਆ। ਪੂਰਾ ਪ੍ਰੂਫ ਤਾਂ ਨਹੀਂ ਹੋਇਆ ਬਿਕੋਜ਼ ਇਹ ਤਾਂ ਆਪਾਂ ਇੱਕ ਸਪੈਸ਼ਲ ਰੀਜਨ ਵਾਸਤੇ ਕੀਤਾ ਹੈਗਾ। ਜੇ ਸਪੈਸ਼ਲ ਰੀਜਨ ਵਾਸਤੇ ਪ੍ਰੂਵ ਕੀਤਾ, ਆਪਾਂ ਤਾਂ ਹਰੇਕ ਵਾਸਤੇ ਪ੍ਰੂਵ ਕਰਨਾ। ਤਾਂ ਇਸ ਸਪੈਸ਼ਲ ਰੀਜਨ ਨੂੰ ਯੂਜ਼ ਕਰਕੇ ਆਪਾਂ ਅੱਗੇ ਪ੍ਰੂਫ ਜਨਰਲਾਈਜ਼ ਕਰਨਾ ਹੈਗਾ। ਉਹ ਕਿਵੇਂ ਕਰ ਰਹੇ ਹਾਂ ਉਹ ਦੇਖ ਲਓ। ਨਾਓ ਵੀ ਵਿਲ ਪ੍ਰੂਵ ਦਾ ਥਿਊਰਮ ਫॉर ਐਨੀ ਰੀਜਨ R। ਕੋਈ ਵੀ ਰੀਜਨ R ਹੈਗਾ, ਜੇ ਕੋਈ ਵੀ ਰੀਜਨ ਹੈਗਾ ਮੰਨ ਲਓ ਆਹ ਟੇਢਾ ਮੇਢਾ ਰੀਜਨ ਆ, ਆਹ ਸੈਟਿਸਫਾਈ ਨਹੀਂ ਕਰ ਰਿਹਾ, ਪਿੱਛੇ ਵਾਲਿਆਂ ਨੂੰ ਚੈੱਕ ਕਰ ਸਕਦੇ ਹੋ। ਜੋ ਲਾਈਨ ਡਰਾ ਕਰਾਂਗੇ 2 ਸੈਗਮੈਂਟ ਆ ਰਹੀਆਂ ਨੇ। ਹੁਣ ਕੋਈ ਵੀ ਰੀਜਨ ਲੈ ਲਿਆ ਕਿ ਰੀਜਨ ਇਸ ਤਰ੍ਹਾਂ ਮਰਜ਼ੀ ਹੋਵੇ, ਤਾਂ ਆਪਾਂ ਹੀ ਕਰਨਾ ਹੈਗਾ ਉਹਨੂੰ ਡਿਵਾਈਡ ਕਰਨਾ ਰੀਜਨ R ਇੰਟੂ ਸਬ ਰੀਜਨ। ਜਿਵੇਂ ਇਸ ਐਗਜ਼ਾਮਪਲ ਸਮਝਾਇਆ, ਇਹਨੂੰ ਇੱਦਾਂ ਡਿਵਾਈਡ ਕਰਨਾ ਹੈ ਕਿ ਆਪਣੇ ਕੋਲ ਸਬ ਰੀਜਨ ਇੱਦਾਂ ਬਣ ਜਿਵੇਂ ਆਪਾਂ ਪਹਿਲਾਂ ਸਪੋਜ਼ ਕੀਤੇ ਹੋਏ ਨੇ। ਪਹਿਲਾਂ ਸਪੋਜ਼ ਕੀ ਕੀਤੇ ਹੋਏ ਨੇ ਆਪਾਂ ਨੇ ਕਿ ਆਪਣੇ ਕੋਲ ਸਪੈਸ਼ਲ ਰੀਜਨ, ਉਹ ਦੇਖੀਏ ਧਿਆਨ ਨਾਲ ਕਿਵੇਂ। ਜਿਵੇਂ ਆਹ ਵਾਲਾ ਰੀਜਨ ਸੀ ਸਾਰਾ ਆਪਣੇ ਕੋਲ, ਇਹਨੂੰ ਇੱਥੋਂ ਕੱਟਤਾ, ਇਹਨੂੰ ਇੱਥੋਂ ਕੱਟਿਆ ਆਪਾਂ ਨੇ। ਹੁਣ ਇਹ 2 ਰੀਜਨ 'ਚ ਕਨਵਰਟ ਕਰ ਲਿਆ ਆਪਾਂ R1 ਅਤੇ R2।
ਹੁਣ ਇਹ ਦੇਖੀਏ ਗੌਰ ਨਾਲ, ਜਿਹੜਾ R1 ਆ ਇਹ ਸਪੈਸ਼ਲ ਰੀਜਨ ਆ। ਸਪੈਸ਼ਲ ਰੀਜਨ ਕਿਉਂ? ਕੋਈ ਵੀ x ਦੇ ਪੈਰਲਲ ਲਾਈਨ ਡਰਾ ਕਰ ਲਓ ਜਾਂ y ਦੇ ਪੈਰਲਲ ਡਰਾ ਕਰ ਲਓ, ਇੱਕ ਹੀ ਲਾਈਨ ਸੈਗਮੈਂਟ 'ਚ ਮਿਲੇਗੀ। ਤਾਂ ਇਹ ਵੀ ਸਪੈਸ਼ਲ ਰੀਜਨ ਬਣ ਗਿਆ, ਇਹ ਵੀ ਸਪੈਸ਼ਲ ਰੀਜਨ ਬਣ ਗਿਆ, ਦੋਨੇ ਸਪੈਸ਼ਲ ਰੀਜਨ ਬਣ ਗਏ। ਹੁਣ ਇਹਨਾਂ ਉੱਪਰ ਆਪਾਂ ਗ੍ਰੀਨਸ ਨੂੰ ਅਪਲਾਈ ਕਰ ਦਾਂਗੇ, ਕਿਉਂਕਿ ਸਪੈਸ਼ਲ ਵਾਸਤੇ ਪ੍ਰੂਵ ਕਰ ਚੁੱਕੇ ਹਾਂ ਆਪਾਂ। then we will apply the theorem in this region and add up the result। ਫਿਰ ਆਪਾਂ ਥਿਊਰਮ ਦੋਨੇ ਵਾਸਤੇ ਅਪਲਾਈ ਕਰ ਦੇਵਾਂਗੇ। ਜੇ ਥਿਊਰਮ ਅਪਲਾਈ ਕੀਤੀ ਆਪਾਂ ਨੇ, ਥਿਊਰਮ ਅਪਲਾਈ ਕਰਨ ਤੋਂ ਬਾਅਦ ਥੋੜ੍ਹਾ ਲਿਖ ਕੇ ਦਿਖਾ ਰਿਹਾ ਮੈਂ, ਇਹਦੇ ਵਿੱਚ ਆਪਣੇ ਕੋਲ ਇਹ R1 ਰੀਜਨ ਵਾਸਤੇ ਆ ਗਿਆ। ਇਹ ਕਰ ਰਿਹਾ ਰਾਈਟ ਹੈਂਡ ਸਾਈਡ ਕਰ ਰਿਹਾ, ਪਹਿਲਾਂ ਇੱਥੇ R1 ਆ ਜਾਏਗਾ, ਦੂਜਾ R2 ਆ ਜਾਏਗਾ, ਫਿਰ ਦੋਨੇ ਐਡ ਕਰਤੀਆਂ। ਐਡ ਅਪ result we check that all region R1 R2 will add up to make R and right hand side will be form। ਜੇ ਆਪਾਂ ਦੋਨੇ ਰੀਜਨ ਜੋੜਾਂਗੇ, ਇੱਕ ਆਹ ਰੀਜਨ ਪਲੱਸ ਆਹ ਰੀਜਨ ਡਬਲ ਇੰਟੈਗਰਲ ਜੋੜਿਆ, ਤਾਂ ਓਵਰ ਰੀਜਨ ਜਿਹੜਾ ਹੈਗਾ ਆਪਣੇ ਕੋਲ R ਬਣ ਜਾਏਗਾ। ਮਤਲਬ ਜਿਹੜੀ ਰਾਈਟ ਹੈਂਡ ਸਾਈਡ ਹੈਗੀ ਆ ਉਹ ਤਾਂ ਬਣ ਜਾਏਗੀ ਸਾਰੇ ਰੀਜਨ ਜੋੜ ਕੇ। ਮਤਲਬ ਆਪਾਂ ਪਹਿਲਾਂ ਇੱਕ ਰੀਜਨ ਵਾਸਤੇ ਲਾਤੀ, R1 ਵਾਸਤੇ ਲਾਤੀ, ਫਿਰ ਐਂ ਗ੍ਰੀਨ ਥਿਊਰਮ ਜਿਹੜੀ ਹੈ ਦੂਜੇ ਵਾਸਤੇ ਲਾਤੀ, ਐਂ ਤੀਜੇ ਵਾਸਤੇ ਲਾਤੀਆਂ, ਲਾਤੀਆਂ ਆਪਾਂ ਸਾਰੀਆਂ। ਰਾਈਟ ਹੈਂਡ ਸਾਈਡ ਜੋੜਾਂਗੇ ਤਾਂ ਸਾਰੇ ਰੀਜਨ R1 R2 ਜਿਵੇਂ 'ਚ R1 ਅਤੇ R2 ਜੋੜ ਕੇ ਓਵਰਆਲ ਸਾਰਾ ਰੀਜਨ ਬਣ ਜਾਏਗਾ। ਰਾਈਟ ਹੈਂਡ ਸਾਈਡ ਬਣ ਗਈ ਆਪਣੇ ਕੋਲ। ਹੁਣ ਆਪਾਂ ਇਹ ਦੇਖਣਾ ਕਿ ਲਾਈਨ ਟੈਗਲ ਜੋੜਾਂਗੇ ਆਪਾਂ ਕਿ ਇਹ ਓਵਰਆਲ ਬਣ ਜਾਏਗਾ, ਇਹ ਗੱਲ ਚੈੱਕ ਕਰਨੀ ਹੈ। ਬਟ ਇਫ ਵੀ ਐਡ ਅਪ ਦਾ ਲਾਈਨ ਟੈਗਲ ਓਵਲ ਦਾ ਕਰਵ C1 C2, ਜੇ ਲਾਈਨ ਟੈਗਲ ਜੋੜਾਂਗੇ ਮਤਲਬ ਪਹਿਲਾਂ C1 ਉੱਪਰ ਸੀਗਾ, ਦੂਜਾ C2 ਉੱਪਰ ਸੀਗਾ, ਦੂਜਾ ਲਾਈਨ ਟੈਗਲ C2 ਉੱਪਰ ਸੀਗਾ। ਜੇ ਇਹਨਾਂ ਨੂੰ ਜੋੜਾਂਗੇ ਉਰੇ ਪ੍ਰੋਬਲਮ ਆਊਗੀ ਥੋੜ੍ਹੀ ਜਿਹੀ ਆਪਣੇ ਕੋਲ, ਕਿਉਂਕਿ C1 ਜਿਹੜੀ ਹੈਗੀ ਆ ਆਹ ਕਰਵ ਹੋਊਗੀ ਪੂਰੀ, ਆਹ ਉਰੇ C2 ਆਏਗਾ ਜੀ, ਠੀਕ ਕਰ ਲਿਓ। ਜਿਹੜੀ C2 ਕਰਵ ਹੈਗੀ ਆ ਉਹ ਆਹ ਕਰਵ ਹੋਊਗੀ ਸਾਰੀ ਇੱਦਾਂ। ਹੁਣ ਜੇ ਇਹ ਕਰਵ ਅਤੇ ਇਹ ਕਰਵ ਜੋੜਾਂਗੇ, ਆਪਾਂ ਨੂੰ ਲੱਗ ਰਿਹਾ ਪਤਾ ਕਿ ਇਹ ਵਿੱਚ ਵਾਲਾ ਪਾਰਟ 2 ਵਾਰੀ ਆ ਜਾਏਗਾ, ਇਹ 2 ਵਾਰੀ ਆ ਜਾਏਗਾ ਆਪਣਾ ਵਿੱਚ ਵਾਲਾ ਪਾਰਟ। ਫਿਰ ਪੂਰੀ ਕਰਵ C ਨਹੀਂ ਬਣਨੀ, ਇਹ ਪੂਰੀ ਕਰਵ C ਸਕੇਲ 'ਚ ਬਣੇਗੀ, ਬਿਕੋਜ਼ ਜਿਹੜਾ ਵਿਚਲਾ ਪਾਰਟ ਆਊਗਾ ਇਹ ਆਪਸ 'ਚ ਕੈਂਸਲ ਹੋਊਗਾ। ਜਿਹੜਾ ਕਾਮਨ ਪਾਰਟ ਲਿਆ EF ਵਿਲ ਕੈਂਸਲ ਆਊਟ ਟੂ ਗਿਵ ਦਾ ਲਾਈਨ ਟੈਗਲ। ਹੁਣ ਇਹ ਕੈਂਸਲ ਕਿਵੇਂ ਹੋਊਗਾ, ਇਹ ਗੱਲ ਸਮਝਣੀ ਆ। ਇਹ ਕੈਂਸਲ ਇੱਦਾਂ ਹੋਊਗਾ ਕਿਉਂਕਿ ਜਿਹੜਾ ਪਹਿਲੀ ਕਰਵ ਲਵਾਂਗੇ ਆਪਾਂ, ਉਹਦੇ ਵਿੱਚ ਦੇਖੀ ਮੈਂ ਡਾਇਰੈਕਸ਼ਨ ਇੱਧਰ ਪਾ ਰਿਹਾ, ਡਾਇਰੈਕਸ਼ਨ ਜਿਹੜੀ ਹੋਊਗੀ, ਜੇ ਪਹਿਲੀ ਕਰਵ ਲਵਾਂਗੇ ਆਪਾਂ ਡਾਇਰੈਕਸ਼ਨ ਜਿਹੜੀ ਹੈਗੀ ਆਪਣੇ ਕੋਲ ਇੱਧਰਲੇ ਪਾਸੇ ਹੋਊਗੀ, ਜੇ ਦੂਜੀ ਕਰਵ ਲਵਾਂਗੇ ਆਪਾਂ ਉਹਦੀ ਡਾਇਰੈਕਸ਼ਨ ਪੁੱਠੇ ਪਾਸੇ ਹੋ ਜਾਏਗੀ। ਹੁਣ ਦੇਖੀਏ ਧਿਆਨ ਨਾਲ ਆਪਾਂ, ਇੱਕ ਤਾਂ ਇੰਟੈਗਰਲ ਆਹ ਡਾਇਰੈਕਸ਼ਨ ਵਿੱਚ ਆਊਗਾ, ਮਤਲਬ ਆਪਾਂ ਕਹਿ ਲਈਏ A ਤੋਂ B ਕਹਿ ਲਈਏ, ਇੱਕ ਇੱਧਰਲੇ ਪਾਸੇ ਆਊਗਾ ਪਲੱਸ ਕਰਕੇ B ਤੋਂ A, ਉਲਟਾ ਉਰੇ A ਮੰਨ ਲਓ, ਉਰੇ B ਮੰਨ ਲਓ, ਤਾਂ ਇਹ ਦੋਨੇ ਕੈਂਸਲ ਹੋ ਜਾਣਗੇ ਆਪਸ, ਕਿਉਂਕਿ ਆਪਾਂ ਇਹਦਾ ਸਾਈਨ ਚੇਂਜ ਕਰ ਲਵਾਂਗੇ ਮਾਈਨਸ ਕਰਕੇ, ਇਹ ਵੀ A ਤੋਂ B ਬਣ ਜਾਏਗਾ, ਅਤੇ ਇਹ ਟਰਮ ਜਿਹੜੀ ਕਾਮਨ ਵਾਲਾ ਪਾਰਟ ਹੈਗਾ ਇਹ ਆਪਸ 'ਚ ਕੈਂਸਲ ਹੋ ਜਾਏਗਾ। ਤਾਂ ਜਿਹੜਾ ਕਾਮਨ ਵਾਲਾ ਪਾਰਟ ਹੈਗਾ ਉਹ ਕੋਈ ਖਾਸ ਕਨਫਿਊਜ਼ਨ ਕ੍ਰੀਏਟ ਨਹੀਂ ਕਰੇਗਾ, ਉਹ ਕਾਮਨ ਵਾਲਾ ਪਾਰਟ ਕੈਂਸਲ ਹੋ ਜਾਏਗਾ, ਤਾਂ ਓਵਰਆਲ ਕੀ ਬਣ ਜਾਏਗੀ, ਕਰਵ ਸਿਰਫ ਬਾਹਰਲੀ ਬਣ ਜਾਏਗੀ। ਤਾਂ ਇਹ ਵੀ ਜਿਹੜੀ ਹੈਗਾ ਲੈਫਟ ਹੈਂਡ ਸਾਈਡ ਵੀ ਫੋਰਮ ਹੋ ਜਾਏਗੀ। ਤਾਂ ਓਵਰਆਲ ਜਿਹੜੀ ਹੈਗੀ ਆ ਆਪਣੇ ਕੋਲ ਇਸ ਹਿਸਾਬ ਨਾਲ ਫਿਰ ਜਿਹੜੀ ਗ੍ਰੀਨ ਥਿਊਰਮ ਹੈਗੀ ਲੈਫਟ ਹੈਂਡ ਸਾਈਡ ਬਣ ਗਈ, ਅਤੇ ਫਿਰ ਗ੍ਰੀਨ ਥਿਊਰਮ ਜਿਹੜੀ ਹੈਗੀ ਆਪਣੀ ਪ੍ਰੂਵ ਹੋ ਜਾਏਗੀ। ਇੱਕ ਵਾਰੀ ਇਹਦੇ ਵਿੱਚ ਥੋੜ੍ਹਾ ਹੋਰ ਇਹੀ ਗੱਲ ਦੁਬਾਰਾ ਸਮਝਾ ਦੇਣਾ, ਜਿਹੜੀ ਆਪਣੇ ਕੋਲ ਰੀਜਨ R1 ਅਤੇ R2 ਆਪਾਂ ਐਡ ਕਰਾਂਗੇ, ਇਹ ਤਾਂ ਓਵਰਆਲ ਰੀਜਨ ਬਣ ਹੀ ਜਾਏਗਾ, R ਬਣ ਜਾਏਗਾ, ਇਹ ਖਾਸ ਵੱਡੀ ਪ੍ਰੋਬਲਮ ਨਹੀਂ ਹੈਗੀ, ਆਹੀ ਗੱਲ ਸਮਝਾਉਣੀ ਹੈ। ਪਰ ਜੇ ਆਪਾਂ ਕਰਵ ਲਵਾਂਗੇ, ਰੀਜਨ ਪਹਿਲੇ ਵਾਸਤੇ ਕਰਵ ਆਹ ਆ ਰਹੀ ਆ, ਦੂਜੇ ਵਾਸਤੇ ਕਰਵ ਆਹ ਆ ਰਹੀ ਆ, ਤਾਂ ਆਹ ਵਿਚਲਾ ਪਾਰਟ ਆਪਾਂ ਸ਼ੋਅ ਕੀਤਾ ਕੈਂਸਲ ਕਿਉਂ ਹੋ ਗਿਆ, ਬਿਕੋਜ਼ ਇੱਕ ਡਾਇਰੈਕਸ਼ਨ ਇੱਧਰਲੇ ਪਾਸੇ ਇੱਕ ਇੱਧਰਲੇ ਪਾਸੇ ਆ, ਉਹ ਨੈਗੇਟਿਵ ਹੋ ਗਿਆ, ਆਪਸ 'ਚ ਕੈਂਸਲ ਹੋ ਜਾਣਗੀਆਂ ਇੰਟੀਗ੍ਰੇਸ਼ਨ, ਜਿਸ ਕਰਕੇ ਇਹ ਕਰਵ ਇਕੱਲੀ ਬਾਹਰਲੀ ਬਣ ਜਾਏਗੀ। ਇਹ ਆਪਣੇ ਕੋਲ ਗ੍ਰੀਨ ਥਿਊਰਮ ਹੋਊਗੀ। ਅਤੇ ਜੇ ਕੁਛ ਨਾ ਸਮਝ ਲੱਗਿਆ ਤਾਂ ਮੈਨੂੰ ਵਟਸਐਪ 'ਤੇ ਇਨਫੋਰਮ ਜਾਂ ਦੱਸ ਦਿਓ, ਫਿਰ ਮੈਂ ਹੋਰ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗਾ। ਵੈਸੇ ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਆ ਜਾਏਗਾ, ਅਤੇ ਤੁਸੀਂ 6B ਐਕਸਰਸਾਈਜ਼ ਜਿਹੜੀ ਹੈਗੀ ਉਹ ਸਾਰੀ ਕੰਪਲੀਟ ਕਰਨੀ ਹੈਗੀ। ਥੈਂਕ ਯੂ।